ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੰਜਾਬ ਸਰਕਾਰ ਦੇ ਲਗਭਗ 3 ਸਾਲ ਪੂਰੇ ਹੋ ਚੁੱਕੇ ਨੇ ਔਰ 3 ਸਾਲ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਜਿਹੜੇ ਵਾਅਦੇ ਅਸੀਂ ਕੀਤੇ ਸੀਗੇ ਉਹਨਾਂ ਦੇ ਵਿੱਚੋਂ ਬਹੁਤੇ ਤਾਂ ਪੂਰੇ ਕਰ ਲਏ ਗਏ ਨੇ ਔਰ ਰਹਿੰਦੇ ਆਉਣ ਵਾਲੇ 2 ਸਾਲਾਂ ਦੇ ਵਿੱਚ ਪੂਰੇ ਕਰ ਲਏ ਜਾਣਗੇ। ਉਹਨਾਂ ਵਾਅਦਿਆਂ ਦੇ ਵਿੱਚ ਇੱਕ ਵਾਅਦਾ ਬਹੁਤ ਵੱਡਾ ਸੀਗਾ ਤੇ ਉਹ ਸੀਗਾ ਬਰਗਾੜੀ ਬੇਅਦਬੀ ਮਾਮਲੇ ਦਾ ਹੱਲ ਕਰ ਲੈਣਾ। ਇਹ ਕਿਹਾ ਗਿਆ ਸੀਗਾ ਕਿ ਜੋ ਵੀ ਮੁਲਜ਼ਮ ਹੋਏ ਉਹ ਫੜੇ ਜਾਣਗੇ, ਉਹਨਾਂ ਨੂੰ ਅੰਦਰ ਕੀਤਾ ਜਾਏਗਾ। ਉਹ ਕਿੰਨੇ ਵੀ ਤਾਕਤਵਰ ਕਿਉਂ ਨਾ ਹੋਣ, ਉਹ ਕਿੰਨੇ ਵੀ ਸਿਆਸੀ ਰਸੂਖ ਵਾਲੇ ਕਿਉਂ ਨਾ ਹੋਣ, ਉਹਨਾਂ ਨੂੰ ਅੰਦਰ ਕਰ ਦਿੱਤਾ ਜਾਏਗਾ। ਪਰ ਬਦਕਿਸਮਤੀ ਦੇ ਨਾਲ 3 ਸਾਲ ਬੀਤਣ ਦੇ ਬਾਵਜੂਦ ਵੀ ਉਹ ਮਸਲਾ ਉਵੇਂ ਦਾ ਉਵੇਂ ਖੜਾ ਹੈ। ਪੰਜਾਬ ਸਰਕਾਰ ਫਿਰ ਦਾਅਵਾ ਕਰਦੀ ਹੈ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਇਹ ਮਸਲੇ ਦਾ ਹੱਲ ਕਰ ਲਿਆ ਜਾਏਗਾ। ਪਿਛਲੀ ਸਰਕਾਰ ਦੇ 1.5 ਸਾਲ ਤੇ ਹੁਣ ਦੀ ਸਰਕਾਰ ਦੇ 3 ਸਾਲ, ਲਗਭਗ 4.5 ਸਾਲ ਹੋ ਚੁੱਕੇ ਨੇ। ਇਹ ਮਾਮਲਾ ਜਿਉਂ ਦਾ ਤਿਉਂ ਖੜਿਆ ਹੋਇਆ। ਹੈਰਾਨਗੀ ਵੱਡੀ ਤਾਂ ਹੋ ਜਾਂਦੀ ਹੈ ਕਿ ਸੱਤਾਧਾਰੀ ਧਿਰ ਤਾਂ ਕਹਿ ਰਹੀ ਹੈ ਕਿ ਅਸੀਂ ਕਰ ਲਵਾਂਗੇ, ਜਦੋਂ ਵਿਰੋਧੀ ਧਿਰ ਇਹ ਕਹਿੰਦੀ ਹੈ ਕਿ ਇਸ ਦੇ ਲਈ ਜ਼ਿੰਮੇਵਾਰ ਹੁਣ ਫਲਾਣੀ ਧਿਰ ਹੈ, ਤਾਂ ਇਹ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਜਿਸ ਤੇ ਲਗਾਤਾਰ ਇਲਜ਼ਾਮ ਲੱਗਦੇ ਰਹੇ, ਜਿਨ੍ਹਾਂ ਤੇ ਇਹ ਇਲਜ਼ਾਮ ਲੱਗਦਾ ਰਿਹਾ ਕਿ ਇਹਨਾਂ ਨੇ ਕਰਵਾਏ ਨੇ ਜਾਂ ਇਹਨਾਂ ਦੀ ਅਣਦੇਖੀ ਕਰਕੇ ਹੋਏ ਨੇ, ਹੁਣ ਉਹੀਓ ਧਿਰ ਦੂਜੀ ਧਿਰ ਨੂੰ ਕਹਿ ਰਹੀ ਹੈ ਕਿ ਇਹ ਤੁਹਾਡੇ ਕਰਕੇ ਹੋਏ ਨੇ। ਸਵਾਲ ਇਸ ਲਈ ਜ਼ਿਆਦਾ ਵੱਡੇ ਹੋ ਜਾਂਦੇ ਨੇ। ਇਸੇ ਮਸਲੇ ਤੇ ਗੱਲਬਾਤ ਕਰਨ ਲਈ ਐਚਐਸ ਬੈਂਸ ਸਾਹਿਬ ਸਾਡੇ ਨਾਲ ਮੌਜੂਦ ਨੇ, ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ। ਬੈਂਸ ਸਾਹਿਬ, ਬਹੁਤ ਬਹੁਤ ਸਵਾਗਤ ਹੈ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡਾ। ਬੈਂਸ ਸਾਹਿਬ, ਜਿਵੇਂ ਮੈਂ ਆਪਣੇ ਸਟਾਰਟਿੰਗ ਕਮੈਂਟਸ ਦੇ ਵਿੱਚ ਕਿਹਾ ਕਿ ਸਰਕਾਰ ਦੇ 3 ਸਾਲ ਪੂਰੇ ਹੋ ਗਏ। ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਸੀਗੇ, ਉਹਨਾਂ ਵਾਅਦਿਆਂ ਦੇ ਵਿੱਚ ਇਹ ਇੱਕ ਵੱਡਾ ਵਾਅਦਾ ਸੀਗਾ। ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਅਸੀਂ ਕਾਰਵਾਈ ਕਰ ਰਹੇ ਹਾਂ, ਜਾਂਚ ਚੱਲ ਰਹੀ ਹੈ, ਕਦੇ CBI ਦੇ ਹੱਥਾਂ ਦੇ ਵਿੱਚ, ਕਦੇ SIT ਦੇ ਹੱਥਾਂ ਦੇ ਵਿੱਚ। ਹਲੇ ਵੀ ਸਰਕਾਰ ਕਹਿ ਰਹੀ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਅਸੀਂ ਨਿਪਟਾ ਲਾਂਗੇ। ਹੁਣ ਜਦੋਂ ਸੁਖਬੀਰ ਸਿੰਘ ਬਾਦਲ ਦੀ ਸਟੇਟਮੈਂਟ ਆਉਂਦੀ ਹੈ, ਅਗਲੇ ਦਿਨ ਹੀ ਪ੍ਰਕਾਸ਼ ਸਿੰਘ ਬਾਦਲ ਦੀ ਸਟੇਟਮੈਂਟ ਆਉਂਦੀ ਹੈ। 4.5 ਸਾਲ ਬਾਅਦ, 1.5 ਸਾਲ ਤੁਹਾਡਾ ਸਮਾਂ ਲੰਘ ਗਿਆ, 3 ਸਾਲ ਇਹ ਲੰਘ ਗਿਆ। ਹੁਣ ਜਦੋਂ ਕੈਪਟਨ ਅਮਰਿੰਦਰ ਨੇ ਕੋਈ ਬਿਆਨ ਦਿੱਤਾ, ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੀ ਕਾਂਗਰਸ ਤੇ ਅਟੈਕ ਕਰਦੇ ਨੇ ਕਿ ਉਹਨਾਂ ਨੇ ਕਰਾਇਆ, ਪ੍ਰਕਾਸ਼ ਸਿੰਘ ਬਾਦਲ ਵੀ ਕਹਿੰਦੇ ਨੇ ਉਹਨਾਂ ਨੇ ਕਰਾਇਆ। ਪਹਿਲਾਂ ਤੱਕ ਤੁਸੀਂ ਇਹ ਕਹਿੰਦੇ ਰਹੇ ਕਿ ਅਸੀਂ ਜਾਂਚ ਵਧੀਆ ਤਰੀਕੇ ਨਾਲ ਕਰ ਰਹੇ ਸੀ, ਸਾਡੀ ਪੁਲਿਸ ਜਾਂਚ ਵਧੀਆ ਤਰੀਕੇ ਨਾਲ ਕਰਾ ਰਹੀ ਸੀ। ਉਦੋਂ ਫਿਰ ਤੁਸੀਂ ਕਾਂਗਰਸ ਤੇ ਇਲਜ਼ਾਮ ਕਿਉਂ ਨਹੀਂ ਲਾਇਆ? ਹੁਣ ਸਿੱਧੇ ਤੌਰ ਤੇ ਕਾਂਗਰਸ ਤੇ ਇਲਜ਼ਾਮ ਕਿਉਂ? ਹਰਪ੍ਰੀਤ ਜੀ, ਥੋੜਾ ਜਿਹਾ ਮੈਨੂੰ ਸਮਾਂ ਦਿਓ। ਮੈਂ ਤੁਹਾਨੂੰ ਇਹਦਾ, ਕਿਉਂਕਿ ਇਹਦਾ ਇੱਕ ਬਹੁਤ ਮੇਰੇ ਖਿਆਲ ਸਭ ਤੋਂ ਅਹਿਮ ਸਵਾਲ ਜਿਹੜਾ ਪੰਜਾਬੀਆਂ ਦੇ ਸਾਹਮਣੇ ਪਿਛਲੇ, ਜਿਸ ਤਰ੍ਹਾਂ ਤੁਸੀਂ ਕਿਹਾ 4.5 ਸਾਲ ਤੋਂ ਇੱਕ ਹੀ ਸਵਾਲ ਸਭ ਤੋਂ ਵੱਡਾ ਖੜਾ ਹੋਇਆ। ਔਰ ਜੇ ਆਪਾਂ ਪਿਛਲੀਆਂ ਚੋਣਾਂ ਵੀ ਦੇਖੀਏ ਤਾਂ ਉਹਦੇ ਵਿੱਚ ਹੋਰ ਕੋਈ ਮੁੱਦਾ ਨਹੀਂ ਰਿਹਾ, ਕਿਉਂਕਿ ਡਿਵੈਲਪਮੈਂਟ ਹੋਈ, ਪਾਵਰ ਸਰਪਲਸ ਸਟੇਟ ਬਣੀ, ਏਅਰਪੋਰਟਸ ਬਣੇ, ਹਾਈਵੇਜ਼ ਬਣੇ, ਸਭ ਕੁਝ ਹੋਇਆ, ਲੇਕਿਨ ਉਹਦਾ ਕੋਈ ਮੁੱਦਾ ਹੀ ਨਹੀਂ ਰਿਹਾ। ਉਹ ਸਾਰੀ ਦੀ ਸਾਰੀ ਚੋਣ ਇੱਕ ਗੱਲ ਦੇ ਉੱਤੇ ਕੇਂਦਰਿਤ ਹੋ ਗਈ, ਉਹ ਇਹ ਸੀ ਕਿ ਬੇਅਦਬੀ ਦੇ ਉੱਤੇ। ਇਸ ਕਰਕੇ ਇਹ ਬਹੁਤ ਵੱਡਾ ਜਿਹੜਾ ਹੈਗਾ ਇਹ ਸਵਾਲ ਹੈ। ਤੋ ਹੁਣ ਮੈਂ ਤੁਹਾਡੇ ਸਵਾਲ ਲਾਉਣਾ ਕਿ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਔਰ ਉਹ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਇਸ ਵੇਲੇ ਤੁਸੀਂ ਕਿਹਾ ਕਿ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਿਹਾ ਕਿ ਮੈਂ ਹੁਣ 2 ਸਾਲ ਦੇ ਵਿੱਚ ਕਾਊਂਟਰ ਕਰਨ ਲਈ ਕਿਹਾ। ਹਾਂ, ਨਹੀਂ, ਮੈਂ ਤੁਹਾਨੂੰ ਬੇਨਤੀ ਕਰਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰੀ ਨਹੀਂ ਇਹ ਗੱਲ ਕਹੀ ਕਿ ਮੈਂ ਇਹਨਾਂ ਨੂੰ ਕਟਹਿਰੇ 'ਚ ਖੜਾ ਕਰਾਂਗਾ। ਪਹਿਲਾਂ ਤਾਂ ਦੇਖੋ ਸਿੱਧਾ ਨਾਂ ਲੈ ਕੇ ਕਹਿੰਦੇ ਰਹੇ ਆ ਕਿ ਮੈਂ ਇਹਨਾਂ ਨੂੰ ਕਰਾਂਗਾ। ਫਿਰ ਕਿਉਂਕਿ ਜਦੋਂ ਮੁੱਖ ਮੰਤਰੀ ਬਣੇ ਤਾਂ ਫਿਰ ਉਹਦੇ ਉੱਤੇ ਡੈਫੇਮੇਸ਼ਨ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਦਾ ਡਰ ਹੁੰਦਾ ਹੈ। ਜ਼ਿੰਮੇਵਾਰ ਪੋਸਟ 'ਤੇ ਤੁਸੀਂ ਆਉਂਦੇ ਆ ਤਾਂ ਫਿਰ ਇਹਨਾਂ ਨੇ ਸਿੱਧੇ ਤੌਰ 'ਤੇ ਜਿਹੜਾ ਵੀ ਜ਼ਿੰਮੇਦਾਰ ਹੋਇਆ ਤਾਂ ਉਹਨਾਂ ਵੱਲੋਂ ਤਾਂ ਇਹ ਕੋਈ ਨਵੀਂ ਗੱਲ ਨਹੀਂ ਸੀ ਕਿ ਮੈਂ ਇਹ ਕਰਾਂਗਾ। ਐਕਚੁਅਲੀ ਤਾਂ ਕੀ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਪਿਛਲੇ 1.5 ਸਾਲ ਜਿਹੜਾ ਸਾਡਾ ਸੀ ਸਮਾਂ, ਉਸ ਵੇਲੇ ਪੰਜਾਬ ਦੀ ਜਨਤਾ ਨੂੰ ਇਹ ਕਿਹਾ ਕਿ ਸਾਨੂੰ ਪਤਾ ਹੈ ਵੀ ਕਿਹਨੇ ਕਰਾਇਆ। ਜੇ ਤੁਹਾਨੂੰ ਪਤਾ ਹੀ ਹੈ ਕਿਹਨੇ ਕਰਾਇਆ, ਫਿਰ ਤਾਂ ਤੁਹਾਨੂੰ 3 ਸਾਲ ਕੀ 3 ਦਿਨ ਨਹੀਂ ਲੱਗਣੇ ਚਾਹੀਦੇ ਕਿ ਤੁਸੀਂ ਆਉਂਦੇ ਹੀ ਤੁਹਾਡਾ ਪਹਿਲੀ ਕੈਬਨਿਟ ਦਾ ਫੈਸਲਾ ਇਹ ਹੋਣਾ ਚਾਹੀਦਾ ਸੀ ਕਿ ਫਲਾਂ ਬੰਦੇ ਦੇ ਖਿਲਾਫ FIR ਦਰਜ ਕੀਤੀ ਜਾਏ। ਲੇਕਿਨ ਇਹਨਾਂ ਨੇ ਕੁਛ ਨਹੀਂ ਕੀਤਾ। ਇਹਨਾਂ ਨੇ ਉਹ ਜੋ ਇੱਕ ਟ੍ਰੈਡੀਸ਼ਨਲ ਤਰੀਕਾ ਹੁੰਦਾ ਹੈ ਕਿ ਕਮਿਸ਼ਨ ਬਣਾ ਦਿਓ, ਕਮੇਟੀ ਬਣਾ ਦਿਓ, ਆਹ ਕਰ ਦਿਓ, ਉਹ ਕਰ ਦਿਓ। ਗੱਲ ਕੀ ਸੀ ਅਸਲ ਦੇ ਵਿੱਚ ਕਿ ਇਹਨਾਂ ਨੂੰ ਖੁਦ ਪਤਾ ਇਸ ਗੱਲ ਦਾ ਕਿ ਜਿਹੜੀ ਗੱਲ ਹੈ ਹੀ ਝੂਠ, ਉਹਨੂੰ ਸਿੱਧ ਕੀਤਾ ਹੀ ਨਹੀਂ ਜਾ ਸਕਣਾ। ਤੋ ਇਹ ਨਹੀਂ ਹੈ ਕਿ ਕੈਪਟਨ ਸਾਹਿਬ ਨੇ ਅੱਜ ਹਮਲਾ ਕਰਤਾ ਤਾਂ ਅਸੀਂ ਜਵਾਬ 'ਚ ਕਹਿ ਰਹੇ ਹਾਂ। ਅਸੀਂ ਹੁਣ ਕਿਉਂ ਕਹਿ ਰਹੇ ਹਾਂ? ਮੈਂ ਉਹੀ ਸਵਾਲ ਕਰ ਰਿਹਾ ਕਿ ਤੁਸੀਂ ਪਹਿਲਾਂ ਤਾਂ ਇਹ ਕਹਿੰਦੇ ਰਹੇ ਕਿ ਅਸੀਂ ਵੀ ਕਰਦੇ ਰਹੇ, ਪਰ ਹੁਣ ਤੁਸੀਂ ਇੱਕ ਸਪੈਸ਼ਲ ਧਿਰ ਦਾ ਨਾਮ ਕਿਉਂ ਲੈ ਰਹੇ ਹੋ? ਕਾਂਗਰਸ ਦਾ ਨਾਮ ਕਿਉਂ ਲੈ ਰਹੇ ਹੋ? ਮੈਂ ਤੁਹਾਨੂੰ ਯਾਦ ਦਿਵਾਵਾਂ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਪੰਜਾਬ ਸੀ, ਤੁਸੀਂ ਉਸ ਵੇਲੇ ਦੇ ਬਿਆਨ ਕੱਢੋ, ਤੁਹਾਨੂੰ ਇਹ ਸਪਸ਼ਟ ਨਜ਼ਰ ਆਏਗਾ ਕਿ ਉਸ ਵੇਲੇ ਮੁੱਖ ਮੰਤਰੀ ਸਰਦਾਰ ਬਾਦਲ ਬਾਰੇ ਗੱਲ ਸਾਰੀ ਦੁਨੀਆ ਜਾਣਦੀ ਹੈ ਕਿ ਉਹ ਬੇਹੱਦ ਜ਼ਿੰਮੇਵਾਰੀ ਨਾਲ ਗੱਲ ਕਰਦੇ ਆ ਔਰ ਕਦੇ ਵੀ ਉਹਨਾਂ ਦੀ ਗੱਲ ਦੇ ਵਿੱਚ ਇੱਕ ਗੈਰ ਜ਼ਿੰਮੇਵਾਰੀ ਵਾਲਾ ਇੱਕ ਅੱਖਰ ਵੀ ਇੱਧਰ ਉੱਧਰ ਕਦੇ ਨਹੀਂ ਹੁੰਦਾ। ਬਿਨਾਂ ਸਬੂਤ ਦੇ ਔਰ ਬਿਨਾਂ ਠੋਸ ਔਰ ਪੁਖਤਾ ਗੱਲਾਂ ਦੇ ਉਹ ਕਦੇ ਕਿਸੇ ਤੇ ਇਲਜ਼ਾਮ ਉਹਨਾਂ ਨੇ ਅੱਜ ਤੱਕ ਲਾਇਆ ਹੀ ਨਹੀਂ। ਲੇਕਿਨ ਸਰਕਾਰ ਦੇ ਵਿੱਚ ਉਹ ਇਹ ਗੱਲ ਕਰਦੇ ਰਹੇ ਔਰ ਜਿਹੜੀ ਤੁਸੀਂ ਬਿਆਨ ਕੱਢ ਕੇ ਦੇਖ ਸਕਦੇ ਹੋ ਕਿ ਇਹ ਸਾਰੀ ਜਿਹੜੀ ਗੱਲ ਹੈ ਸੈਕਰਡ ਲੀਜ ਦੀ ਹੈ, ਇਹ ਇੱਕ ਸਾਜ਼ਿਸ਼ ਦਾ ਹਿੱਸਾ ਹੈ, ਜਿਹੜੀ ਸਾਜ਼ਿਸ਼ ਕਿ ਇਸ ਕਰਕੇ ਕੀਤੀ ਗਈ ਹੈ ਕਿ ਲੋਕਾਂ ਦਾ ਧਿਆਨ ਸਰਕਾਰ ਦੇ ਕਿਸੇ ਵੀ ਹੋਰ ਕੰਮ ਤੋਂ ਹਟਾਤਾ ਜਾਏ
ਔਰ ਉਹਦਾ ਇੱਕੋ ਇੱਕ ਗੱਲ ਲਾਤਾ ਜਾਏ ਕਿ ਇਹਨਾਂ ਨੇ ਇਹ ਕੀਤਾ, ਉਹਦੀ ਵੀ ਖਾਸ ਵਜ੍ਹਾ ਹੈ। ਕਿਉਂਕਿ ਮੈਂ ਥੋੜਾ ਤੁਹਾਡੇ ਤੋਂ ਵਕਤ ਮੰਗਿਆ ਜੀ, ਉਹ ਇਸ ਕਰਕੇ ਕਿ ਇਹਦੀ ਖਾਸ ਵਜ੍ਹਾ ਹੈ ਕਿ ਬੇਅਦਬੀ ਦਾ ਇਸ਼ੂ ਕਿਉਂ। ਵਜ੍ਹਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਲੰਬੇ ਸਮੇਂ ਤੋਂ 1920 ਤੋਂ ਲੈ ਕੇ ਲਗਾਤਾਰ ਆਪਣੇ ਆਪ ਨੂੰ ਔਰ ਕੌਮ ਵੀ ਇਸ ਤਰ੍ਹਾਂ ਮੰਨਦੀ ਆਈ ਕਿ ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਪੰਥ ਔਰ ਪੰਜਾਬ ਦੇ ਹਿੱਤਾਂ ਦਾ ਇੱਕ ਪਹਿਰੇਦਾਰ ਹੈ ਨਾ। ਹੁਣ ਜੇ ਕਿਸੇ ਨੂੰ ਤੁਸੀਂ ਮਾਰਨਾ ਹੋਵੇ, ਕਿਸੇ ਦੇ ਘਰ ਦੇ ਉੱਤੇ ਡਾਕਾ ਮਾਰਨਾ ਹੋਵੇ, ਉਹਨਾਂ ਦੇ ਬੰਦਿਆਂ ਨੂੰ ਕਤਲੇਆਮ ਕਰਨਾ ਹੋਵੇ, ਕੁਝ ਵੀ ਕਰਨਾ ਹੋਵੇ, ਤਾਂ ਸਭ ਤੋਂ ਪਹਿਲਾ ਕੰਮ ਹੁੰਦਾ ਕਿ ਤੁਸੀਂ ਪਹਿਰੇਦਾਰ ਨੂੰ ਮਾਰੋ। ਜੇ ਪਹਿਰੇਦਾਰ ਨੂੰ ਉਹ ਜਿਹੜਾ ਪਰਿਵਾਰ ਹੈ ਉਹਦਾ ਪਰਿਵਾਰ ਦਾ ਪੂਰਾ ਵਿਸ਼ਵਾਸ ਹਾਸਲ ਹੈ, ਤਾਂ ਫਿਰ ਜਿਹੜੀਆਂ ਚਾਲਾਂ ਹੁੰਦੀਆਂ ਉਹ ਇਹ ਹੁੰਦੀਆਂ ਨੇ ਕਿ ਪਹਿਲਾਂ ਤਾਂ ਵਿਸ਼ਵਾਸ ਹੀ ਇਹਦਾ ਖਤਮ ਕਰਕੇ ਇਹ ਗੱਲ ਖਤਮ ਕਰਤੀ ਜਾਵੇ ਕਿ ਇਹ ਬੰਦਾ ਤੁਹਾਨੂੰ ਡਿਫੈਂਡ ਵੀ ਕਰ ਸਕਦਾ। ਜੀ। ਸੋ ਉਸ ਵੇਲੇ ਤੋਂ ਹੀ ਇਹ ਚਾਲਾਂ ਕੋਈ ਨਵੀਆਂ ਨਹੀਂ, ਬਹੁਤ ਪਹਿਲਾਂ ਤੋਂ ਇਹ ਚਾਲਾਂ ਚੱਲੀਆਂ ਗਈਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਧਾਰਮਿਕ ਤੌਰ ਦੇ ਉੱਤੇ ਇਹਨੂੰ ਕਮਜ਼ੋਰ ਕਰਨ ਦੇ ਲਈ ਇਲਜ਼ਾਮ ਲਾਏ ਗਏ। ਠੀਕ ਹੈ ਬੈਂਸ ਸਾਹਿਬ, ਮੈਂ ਸਾਰੀਆਂ ਗੱਲਾਂ ਮੈਂ ਥੋੜੀ ਜਿਹੀ ਗੱਲ ਖਤਮ ਕਰਦਾ ਹਾਂ। ਔਰ ਜੇ ਤੁਹਾਨੂੰ ਖਿਆਲ ਹੋਵੇ ਕਿ ਪੰਜਾਬ ਦੇ ਵਿੱਚ ਇੱਕ ਇਤਿਹਾਸ ਰਿਹਾ ਹੈਗਾ ਔਰ ਉਹ ਇਤਿਹਾਸ ਕਰਕੇ ਪੰਜਾਬ ਨੇ ਬਹੁਤ ਵੱਡੀ ਕੀਮਤ ਚੁਕਾਈ ਹੈ। ਉਹ ਕੀ ਹੈ ਕਿ ਤੁਸੀਂ ਦੇਖਿਆ ਹੋਵੇਗਾ ਕਿ 1980-90 ਦੇ ਵਿੱਚ ਵੀ ਔਰ ਉਹ ਤੋਂ ਪਹਿਲਾਂ ਵੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੀਟਾਂ ਦੀਆਂ ਡੱਬੀਆਂ, ਮੰਦਿਰਾਂ ਦੇ ਵਿੱਚ ਪਾਵਨ ਮੰਦਿਰਾਂ ਦੇ ਵਿੱਚ, ਪਾਵਨ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ, ਔਰ ਮੰਦਿਰਾਂ ਦੇ ਵਿੱਚ ਗਊ ਮਾਤਾ ਦਾ ਮੀਟ ਵਗੈਰਾ ਜਾਂ ਇਸ ਤਰ੍ਹਾਂ ਪੂਛਾਂ ਕੱਟ ਕੇ ਸਿੱਟਣੀਆਂ, ਇਸ ਤਰ੍ਹਾਂ ਦੀਆਂ ਗੱਲਾਂ ਖਾਸ ਤਿਰਕ ਕਰਦੀ ਰਹੀ ਹੈ, ਜਿਹਦੇ ਬਾਰੇ ਪੰਜਾਬੀਆਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਉਹ ਕੌਣ ਕਰਦਾ ਰਿਹਾ। ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਨਹੀਂ ਦਾ ਕੰਮ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਤੱਕ ਚੱਲ ਰਹੀ ਸੀ ਗੱਲ, ਕਲੀਅਰ ਸੀਗਾ, ਤੇ ਉਹ ਦੁਨੀਆ ਨੂੰ ਚੰਗੀ ਤਰ੍ਹਾਂ ਪਤਾ ਸੀ। ਉਹੀ ਮਾਈਂਡਸੈਟ ਕਿ ਧਾਰਮਿਕ ਤੌਰ ਦੇ ਉੱਤੇ ਲੋਕਾਂ ਨੂੰ ਪ੍ਰਵੋਕ ਕਰਕੇ ਪੰਜਾਬ ਦੇ ਹਾਲਾਤ ਨੂੰ ਇਸ ਤਰ੍ਹਾਂ ਕਰਤਾ ਜਾਵੇ, ਉਸ ਲਈ ਵੀ ਇਹ ਕੀਤਾ ਗਿਆ ਸੀ ਕਿ ਸਿਰਫ ਕਾਂਗਰਸ ਹੀ ਪੰਜਾਬ ਨੂੰ ਬਚਾ ਸਕਦੀ ਹੈ। ਇੱਥੇ ਤਾਂ ਪਤਾ ਨਹੀਂ ਅੱਤਵਾਦ ਆ ਗਿਆ, ਇੱਥੇ ਤਾਂ ਖਾਲਿਸਤਾਨ ਬਣ ਜਾਣਾ, ਇੱਥੇ ਤਾਂ ਪਤਾ ਨਹੀਂ ਪਾਕਿਸਤਾਨ ਆ ਗਿਆ। ਤੇ ਉਹੀ ਮਾਈਂਡਸੈਟ ਜਿਹੜਾ ਹੈ ਕਿ ਅਕਾਲੀ ਦਲ ਨੂੰ ਪਹਿਰੇਦਾਰ ਨੂੰ ਬਦਨਾਮ ਕਰਕੇ ਘਰ ਨਾਲੋਂ ਤੋੜਨ ਦੇ ਲਈ ਕਿ ਇਹ ਤੁਹਾਡਾ ਜਿਹੜਾ ਪਹਿਰੇਦਾਰ ਆ ਇਹ ਤਾਂ ਤੁਹਾਡੀ ਧੀ ਭੈਣ ਦੇ ਅੱਖ ਰੱਖਦਾ, ਐਡਾ ਵੱਡਾ ਇਲਜ਼ਾਮ ਲਾ ਦਿਓ। ਨਹੀਂ, ਪਹਿਰੇਦਾਰ ਨੂੰ ਤਾਂ ਐਡੀ ਵੱਡੀ ਅਥਾਰਟੀ ਦਿੱਤੀ ਗਈ, ਪੂਰੀ ਸਰਕਾਰ ਦਿੱਤੀ ਗਈ, ਸੱਤਾ ਦਿੱਤੀ ਗਈ, ਪੁਲਿਸ ਦਿੱਤੀ ਗਈ, ਐਡਮਿਨਿਸਟ੍ਰੇਸ਼ਨ ਦਿੱਤਾ ਗਿਆ, ਤੇ ਪਹਿਰੇਦਾਰ ਦੀ ਫੇਲਿਅਰ ਨਹੀਂ ਹੈ। ਤੁਸੀਂ ਸਾਬਤ ਕਿਉਂ ਨਹੀਂ ਕਰ ਪਾਏ ਫਿਰ ਕਿ ਪਹਿਰੇਦਾਰ ਨੂੰ ਬਦਨਾਮ ਕੀਤਾ ਜਾ ਰਿਹਾ? ਬਿਲਕੁਲ, ਤੁਹਾਨੂੰ ਮੈਂ ਬੜਾ ਖੁਸ਼ ਹਾਂ ਕਿ ਤੁਸੀਂ ਇਹ ਸਵਾਲ ਕੀਤਾ। 1.5 ਸਾਲ ਇਸ ਕੇਸ ਦੇ ਉੱਤੇ ਇਨਕੁਆਇਰੀ ਚੱਲੀ। ਜੇ ਤੁਹਾਨੂੰ ਯਾਦ ਹੋਵੇ ਤਾਂ ਪਹਿਲਾ ਕੰਮ ਆ ਕੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਔਰ ਕਾਂਗਰਸ ਪਾਰਟੀ ਨੇ ਇਹ ਕਿਹਾ ਕਿ 1.5 ਸਾਲ ਇਹ ਕੁਝ ਨਹੀਂ ਕਰ ਸਕੇ, ਅਸੀਂ ਹੁਣ ਕਰਕੇ ਦਿਖਾਵਾਂਗੇ। ਉਸ 1.5 ਸਾਲ ਤੋਂ ਦੁੱਗਣਾ ਸਮਾਂ ਲੰਘ ਗਿਆ, ਕੁਝ ਨਹੀਂ ਨਿਕਲਿਆ। ਮੈਂ ਦੱਸਣ ਲੱਗਾ ਨਾ, ਤੁਸੀਂ ਉਹਨਾਂ ਤੇ ਨਾ ਪਾਓ, ਤੁਸੀਂ ਆਪਣੇ ਤੇ 1.5 ਸਾਲਾਂ ਤੇ ਆਓ। ਗੱਲ ਪੂਰੀ ਕਰ ਲੈਂਦੇ ਹੋ ਨਾ ਜੀ। ਉਸ 1.5 ਸਾਲ ਦੇ ਵਿੱਚ ਪੂਰੀ ਇਨਵੈਸਟੀਗੇਸ਼ਨ ਚੱਲੀ। ਉਹ ਇਨਵੈਸਟੀਗੇਸ਼ਨ ਦੀ ਉਹੀ SIT ਜਿਹੜੀ ਉਸ ਵੇਲੇ ਕੰਮ ਕਰ ਰਹੀ ਸੀ, ਉਸ ਹੀ SIT ਨੇ ਅੱਗੇ ਕੰਮ ਜਾਰੀ ਰੱਖਿਆ ਬਿਨਾਂ ਉਸ ਵੇਲੇ ਦੇ ਪੁਖਤਾ। ਮੈਂ ਤੁਹਾਨੂੰ ਦੱਸਿਆ ਨਾ ਕਿ ਸਰਦਾਰ ਬਾਦਲ ਕਦੇ ਇਦਾਂ ਦੀ ਗੱਲ ਕਦੇ ਵੀ ਨਹੀਂ ਕਰਦੇ ਕਿ ਤੁਹਾਡੇ ਕੋਲ ਹੱਥ 'ਚ ਪੁਖਤਾ ਸਬੂਤ ਨਹੀਂ ਔਰ ਤੁਸੀਂ ਕਹਿੰਦੇ ਹੋ ਕਿ ਆ ਹੋਇਆ। ਹੁਣ ਤੁਹਾਡੇ ਹੱਥ 'ਚ ਕਿਹੜੇ ਪੁਖਤਾ ਸਬੂਤ ਹੈ? ਤੁਸੀਂ ਕਾਂਗਰਸ ਤੇ ਐਲੀਗੇਸ਼ਨ ਲਾ ਰਹੇ ਹੋ। ਸਾਡੇ ਹੱਥ ਕੀ ਹੈ? ਹੁਣ ਤਾਂ ਪੰਜਾਬ ਨੂੰ ਨਜ਼ਰ ਆ ਗਿਆ ਔਰ ਉਹਦਾ ਮਤਲਬ ਕਹਿਣ ਦੀ ਲੋੜ ਫਿਰ ਤੁਸੀਂ ਮੇਰਾ ਖਿਆਲ ਦੇਖ ਰਹੇ ਹੋ ਕੀ ਮੈਂ ਕਹਾਂਗਾ, ਤੁਹਾਡੇ ਵੀ ਸਾਹਮਣੇ ਆ ਗਿਆ, ਦੁਨੀਆ ਦੇ ਸਾਹਮਣੇ ਆ ਗਿਆ ਕਿ ਇੱਕ ਅਹਿਮ ਕੜੀ ਬੇਅਦਬੀ ਦੇ ਕਾਂਡ ਦੀ ਇੱਕ ਅਹਿਮ ਕੜੀ ਜਿਹੜੀ ਸੀ ਉਹ ਬਹਿਬਲਕੰਡ ਦਾ ਕਾਂਡ ਸੀਗਾ, ਔਰ ਜਿਹਦੇ ਉੱਤੇ ਸਾਰਾ ਹੀ ਹੰਗਾਮਾ ਹੋਇਆ, ਜਿਹਦੇ ਉੱਤੇ ਕਿ ਸਾਰਾ ਹੀ ਪੰਜਾਬ ਹਿੱਲ ਗਿਆ। ਔਰ ਉੱਥੇ ਜਾ ਕੇ ਜੋ ਧਾਰਮਿਕ ਸ਼ਖਸੀਅਤਾਂ, ਜੋ ਸੰਸਥਾਵਾਂ, ਜੋ ਸੰਗਠਨ ਸਭ ਉੱਥੇ ਜਾ ਕੇ ਬੈਠੇ, ਜਿਹੜਾ ਕਿ ਬਾਅਦ ਸਿੱਧ ਹੋਇਆ ਕਿ ਕਾਂਗਰਸ ਦੇ ਕਹੇ ਹੀ ਬੈਠੇ ਸੀ ਔਰ ਕਾਂਗਰਸ ਦੇ ਕਹੇ ਹੀ ਉੱਠ ਵੀ ਗਏ। ਉਹ ਕੜੀ ਦਾ ਜਿਹੜਾ ਇੱਕੋ ਇੱਕ ਚਸ਼ਮਦੀਦ ਗਵਾਹ, ਉਹਦੀ ਵਾਈਫ ਇਹ ਗੱਲ ਕਹਿ ਰਹੀ ਹੈ ਕਿ ਮੇਰੇ ਪਤੀ ਦੇ ਉੱਤੇ ਇਹਨਾਂ ਕਾਂਗਰਸੀ ਲੀਡਰਾਂ ਨੇ, ਉਹ ਵੇਖ ਗੱਲ ਨਹੀਂ ਕਰ ਰਹੀ, ਉਹ ਨਹੀਂ ਕਹਿ ਰਹੀ ਕਾਂਗਰਸੀਆਂ ਨੇ, ਉਹ ਕਹਿ ਰਹੀ ਆ ਲੀਡਰ ਨਾਮ ਲੈ ਕੇ ਕਿ ਕੁਸ਼ਲਦੀਪ ਸਿੰਘ ਢਿੱਲੋਂ, ਕਿੱਕੀ ਢਿੱਲੋਂ ਨਹੀਂ, ਔਰ ਜਿਹੜੇ ਉਹ ਗੁਰਪ੍ਰੀਤ ਸਿੰਘ ਕਾਂਗੜ, ਇਹਨਾਂ ਨੇ ਆ ਕੇ ਹਰ ਤਰ੍ਹਾਂ ਦਾ ਮਾਨਸਿਕ, ਸਿਆਸੀ, ਸਰਕਾਰੀ ਔਰ ਹੋਰ ਜਿਹੜੇ ਮਟੀਰੀਅਲ ਦਬਾ ਕਹਿੰਦੇ ਆ ਕਿ ਉਹਨਾਂ ਦੇ ਘਰਾਂ ਦੀ ਤੁਸੀਂ ਉਜਾੜਾ ਹੀ ਕਰ ਦਿਓ, ਘਰਾਂ ਦੇ ਗੋਲੀਆਂ ਚਲਾਈਆਂ ਗਈਆਂ, ਵੱਡੇ ਵੱਡੇ ਬਿਜਲੀ ਦੇ ਬਿੱਲ ਕਰਕੇ ਜਾਣ ਕੇ ਇਨਫਲੇਟ ਕਰਕੇ ਭੇਜੇ ਗਏ। ਉਹ ਸਾਰਾ ਮੈਂ ਨਹੀਂ ਕਹਿ ਰਿਹਾ, ਉਹ ਉਹਨਾਂ ਦੀ ਆਪਣੀ ਧਰਮ ਪਤਨੀ ਜਿਹੜੀ ਵਿਚਾਰੀ ਹੁਣ ਵਿਧਵਾ ਬਣ ਚੁੱਕੀ ਹੈ, ਉਹ ਕਹਿ ਰਹੀ ਕਿ ਅੱਛਾ ਹੁਣ ਸਵਾਲ ਇਹ ਹੈ ਜੇ ਕਾਂਗਰਸ ਗਿਲਟੀ ਨਹੀਂ ਹੈ, ਔਰ ਜਿਹੜੀ ਇਹ ਕਹਿੰਦੀ ਸੀ ਕਿ 1.5 ਸਾਲ ਦਾ ਬਹੁਤ ਸਮਾਂ, ਇਹ ਤਾਂ ਕੰਮ ਸਰਕਾਰ ਦਾ ਹੀ ਕੰਮ ਸੀਗਾ, ਗੋਲੀ ਵੀ ਸਰਕਾਰ ਨੇ ਪੁਲਿਸ ਨਹੀਂ ਚਲਾਈ ਸੀ, ਤਾਂ ਇਹ ਤਾਂ 2 ਮਿੰਟ 'ਚ ਪਤਾ ਲੱਗ ਜਾਂਦਾ। 3 ਸਾਲ ਤੱਕ ਨਾ ਤਾਂ ਇਹਨਾਂ ਨੇ ਉਹਦੇ ਬਾਰੇ ਉਗਸੁਕ ਕੱਢੀ ਹੈ, ਔਰ ਹੁਣ ਅਖੀਰ 'ਚ ਗੱਲ ਇਹ ਨਿਕਲੀ ਹੈ ਕਿ ਸਬੂਤਾਂ ਨੂੰ ਮਿਟਾਉਣ ਦੇ ਲਈ ਇਹਨਾਂ ਨੇ ਗਵਾਹ ਨੂੰ ਮਿਟਾਉਣ ਤੇ ਪੂਰਾ ਜ਼ੋਰ ਪਾਇਆ। ਉਹਦੀ ਵਾਈਫ ਕਹਿ ਰਹੀ ਹੈ, ਉਹਦੀ ਧਰਮ ਪਤਨੀ ਕਹਿ ਰਹੀ ਹੈ
ਤੋ ਇਹ ਤੋਂ ਵੱਡਾ ਸਬੂਤ ਕੀ ਚਾਹੀਦਾ ਵੀ ਕਾਂਗਰਸ ਗੱਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਕਰ ਰਹੇ ਹਾਂ। ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ। ਸਰਦਾਰ ਬਾਦਲ ਨੇ SIT ਦੇ ਸਾਹਮਣੇ ਪੇਸ਼ ਹੋਏ, ਸੁਖਬੀਰ ਸਿੰਘ ਬਾਦਲ ਪੇਸ਼ ਹੋਏ, ਹੋਰ ਸਾਡੇ ਸਾਰੇ ਸੀਨੀਅਰ ਲੀਡਰ ਪੇਸ਼ ਹੋਏ, ਜਿਹਨੂੰ ਵੀ ਕਿਹਾ ਗਿਆ ਉਹ ਪੇਸ਼ ਹੋਇਆ। ਅਸੀਂ ਤਾਂ ਪੂਰਾ ਕੋਆਪਰੇਟ ਕਰ ਰਹੇ ਹਾਂ। ਮੇਰਾ ਇੱਕੋ ਇੱਕ ਸਵਾਲ ਹੈ ਕਿ ਸਭ ਤੋਂ ਅਹਿਮ ਕੜੀ ਜਿਹੜੀ ਉਹ ਸਾਰੇ ਘਟਨਾ ਚੱਕਰ ਦੀ ਹੈ, ਉਹਦੇ ਮੁੱਖ ਗਵਾਹ ਨੂੰ ਉੱਤੇ ਦਬਾਅ ਪਾ ਕੇ ਝੂਠ ਬੁਲਾਉਣ ਦੇ ਲਈ ਕਾਂਗਰਸ ਦੀ ਕੀ ਮਜਬੂਰੀ ਹੈ? ਅੱਛਾ, ਤੁਸੀਂ ਮੈਨੂੰ ਸਟਾਰਟਿੰਗ ਦੇ ਵਿੱਚ ਕਿਹਾ ਕਿ ਇਹਦੇ ਪਿੱਛੇ ਸਿਆਸੀ ਮੁਫਾਦ ਨੇ ਜਿਹੜੇ ਉਹ ਕੰਮ ਕਰ ਰਹੇ ਸੀਗੇ। ਅਸੀਂ ਪਹਿਲਾਂ ਇਹ ਕਹਿੰਦੇ ਰਹੇ, ਜਿਸ ਦਾ ਜ਼ਿਕਰ ਹੁਣ ਵੀ ਕੀਤਾ ਗਿਆ, ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਕੀਤਾ ਗਿਆ, ਕਿ ਅਸੀਂ ਇਹ ਮੰਨ ਕੇ ਚੱਲੀਏ ਕਿ ਸਿਰਫ ਤੇ ਸਿਰਫ ਆਪਣੇ ਸਿਆਸੀ ਮੁਫਾਦ ਪੂਰੇ ਕਰਨ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਕੋਈ ਕਰ ਸਕਦਾ? ਸਾਡੇ ਉੱਤੇ ਇਲਜ਼ਾਮ ਹਰਪ੍ਰੀਤ ਜੀ ਇਹ ਲਾਇਆ ਸੀ, ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਬੰਦੇ ਨੂੰ ਸੋਚ ਕੇ ਵੀ ਆਉਂਦਾ ਕਿ ਸੁਪਨੇ ਵਿੱਚ ਵੀ ਕੋਈ ਇੱਦਾਂ ਦੀ ਗੱਲ ਨਹੀਂ ਸੋਚ ਸਕਦਾ। ਇਲਜ਼ਾਮ ਇਹ ਲਾਇਆ ਗਿਆ ਸੀ ਕਿ ਜੀ ਇਹਨਾਂ ਨੇ ਬੇਅਦਬੀ ਕਿਉਂ ਕਰਵਾਈ ਹੈ। ਇਹ ਇਲਜ਼ਾਮ ਲਾਇਆ ਗਿਆ ਸੀ ਕਿ ਉਸ ਵੇਲੇ ਜੀ ਕਿਸਾਨ ਜਥੇਬੰਦੀਆਂ ਦਾ ਕੋਈ ਧਰਨਾ ਚੱਲ ਰਿਹਾ ਸੀ, ਜਿਹਦੇ ਤੋਂ ਪੰਜਾਬੀਆਂ ਦਾ ਧਿਆਨ ਹਟਾਉਣ ਲਈ ਅਕਾਲੀ ਦਲ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਾ ਕੇ ਲੋਕਾਂ ਦਾ ਧਿਆਨ ਉਧਰ ਲਾਤਾ। ਮੈਂ ਇੱਕ ਬੇਨਤੀ ਕਰਾਂ, ਕਿਸੇ ਨੂੰ ਜ਼ੁਕਾਮ ਹੋਇਆ ਹੋਵੇ ਜਾਂ ਕਿਸੇ ਨੂੰ ਬੁਖਾਰ ਹੋਇਆ ਹੋਵੇ ਜਾਂ ਕਿਸੇ ਨੂੰ ਕੋਈ ਹੋਰ ਬਿਮਾਰੀ ਲੱਗੀ ਹੋਵੇ, ਉਹ ਤੋਂ ਬਚਣ ਦੇ ਲਈ ਕਿ ਉਹ ਕੈਂਸਰ ਕਰਵਾ ਲਏਗਾ ਆਪਣੇ ਆਪ ਨੂੰ? ਕਿ ਇਹ ਤਾਂ ਮੇਰਾ ਖਿਆਲ ਪੰਜਾਬ ਦਾ ਕੀ ਦੁਨੀਆ ਭਰ ਦੇ ਬੱਚੇ ਨੂੰ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਸੰਬੰਧਿਤ ਜਿਹੜੀ ਵੀ ਗੱਲ ਹੋਏਗੀ, ਉਹਦਾ ਜੋ ਭਾਵਕ, ਧਾਰਮਿਕ ਔਰ ਜਜ਼ਬਾਤੀ ਪਹਿਲੂ ਹੈ, ਉਹਦੇ ਸਾਹਮਣੇ ਕਿਸਾਨ ਜਥੇਬੰਦੀਆਂ ਦੇ ਧਰਨੇ ਦਾ ਲਗਾਤਾਰ ਚੱਲਦੇ ਹੀ ਰਹਿੰਦੇ ਆ, ਅੱਜ ਵੀ ਚੱਲ ਰਹੇ ਨੇ। ਉਹਦੇ ਤੋਂ ਧਿਆਨ ਹਟਾਉਣ ਲਈ ਕੋਈ ਐਡੀ ਵੱਡੀ, ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਟੇਚਰ ਦਾ ਬੰਦਾ, ਜਾਂ ਮੈਂ ਕਹਿੰਦਾ ਕੋਈ ਸਧਾਰਨ ਬੰਦਾ ਵੀ ਕੀ ਇਹ ਕੰਮ ਕਰੇਗਾ ਕਿ ਆਪਣੇ ਜ਼ੁਕਾਮ ਨੂੰ ਹਟਾਉਣ ਲਈ ਕੈਂਸਰ ਕਰਵਾ ਲੇ ਆਪਣੇ ਆਪ ਨੂੰ? ਇਹਦਾ ਸੋਚ ਵੀ ਸਕਦਾ ਕੋਈ ਕਿ ਜੀ ਉਧਰੋਂ ਧਿਆਨ ਹਟ ਜਾਏਗਾ, ਕੈਂਸਰ ਤੋਂ ਔਰ ਜ਼ੁਕਾਮ ਤੋਂ ਧਿਆਨ ਹਟ ਜਾਏਗਾ, ਕਿਸਾਨ ਜਥੇਬੰਦੀ ਤੋਂ ਹਟ ਜਾਏਗਾ। ਪਰ ਚਲੋ, ਜੇ ਇਹ ਗੱਲ ਤੁਸੀਂ ਕਹਿੰਦੇ ਹੋ ਕਿ ਅਸੀਂ ਨਹੀਂ ਕਰਾ ਸਕਦੇ, ਫਿਰ ਤੁਸੀਂ ਇਹ ਕਿਸ ਦਮ ਦੇ ਨਾਲ ਕਹਿ ਰਹੇ ਹੋ ਕਿ ਦੂਜੀ ਧਿਰ ਕਰਾ ਸਕਦੀ ਹੈ ਕੁਝ? ਦੇਖੋ, ਇੱਕ ਤਾਂ ਕੁਝ ਗੱਲਾਂ ਹੁੰਦੀਆਂ ਨੇ। ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ, ਹਾਲਾਂਕਿ ਮੈਂ ਉਹਨੂੰ ਇਕੱਲਾ ਆਧਾਰ ਨਹੀਂ ਮੰਨਦਾ, ਲੇਕਿਨ ਉਹ ਗੱਲ ਬਹੁਤ ਵੱਡੀ ਹੁੰਦੀ ਹੈ ਦੁਨੀਆ ਭਰ ਦੇ ਵਿੱਚ, ਪੰਜਾਬ ਦੇ ਵਿੱਚ ਨਹੀਂ, ਹਿੰਦੁਸਤਾਨ ਦੇ ਵਿੱਚ ਨਹੀਂ, ਦੁਨੀਆ ਭਰ ਦੇ ਵਿੱਚ ਜਦੋਂ ਵੀ ਕੋਈ ਕ੍ਰਾਈਮ ਹੁੰਦਾ, ਜਦੋਂ ਵੀ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ, ਜਾਂਚ ਕੀਤੀ ਜਾਂਦੀ ਹੈ ਕਿ ਇਹ ਮਰਡਰ ਹੋਇਆ, ਇਹ ਮਰਡਰ ਕਿਹਨੇ ਕੀਤਾ ਹੋਏਗਾ, ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਕਿ ਇਸ ਮਰਡਰ ਤੋਂ ਫਾਇਦਾ ਕਿਹਨੂੰ ਹੋਣਾ। ਉਸ ਵੇਲੇ ਦੀ ਸਰਕਾਰ ਜਿਹੜੀ ਸੀ, ਉਹ ਆਪਣੀ ਸਰਕਾਰ ਦੇ ਡਿਊਰਿੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਾ ਕੇ, ਆਪਣੀ ਬਦਨਾਮੀ ਕਰਾ ਕੇ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਜਿਹੜੀ ਹੈ ਉਹ ਇਹਨਾਂ ਨੇ ਕਰਾਈ, ਇਹ ਕਰਵਾ ਕੇ ਤਾਂ ਫਾਇਦਾ ਜਿਹੜਾ ਕਿਹਨੂੰ ਹੋਣਾ ਸੀ ਕਿ ਇਹਦੇ ਬਾਰੇ ਵੀ ਕਿਸੇ ਨੂੰ ਦੱਸਣ ਦੀ ਲੋੜ ਹੈ। ਪਰ ਮੈਂ ਫਿਰ ਵੀ ਇਹ ਗੱਲ ਕਹਿਣਾ ਕਿ ਉਹਨੂੰ ਮੈਂ ਇਕੱਲਾ ਆਧਾਰ ਨਹੀਂ ਮੰਨਦਾ, ਉਹਨੂੰ ਮੈਂ ਸਰਕਮਸਟੈਂਸ਼ੀਅਲ ਐਵੀਡੈਂਸ ਮੰਨਦਾ। ਹਾਲਾਂਕਿ ਕ੍ਰਿਮੀਨਲ ਲਾਅ ਦੇ ਵਿੱਚ ਉਸ ਗੱਲ ਨੂੰ ਪਹਿਲੀ ਗੱਲ ਮੰਨਿਆ ਜਾਂਦਾ ਕਿ ਇਸ ਮਰਡਰ ਦਾ ਫਾਇਦਾ ਕਿਹਨੂੰ ਹੋਇਆ। ਸਭ ਤੋਂ ਪਹਿਲਾਂ ਇਨਵੈਸਟੀਗੇਸ਼ਨ ਉਹਦੀ ਹੋਣੀ ਚਾਹੀਦੀ ਹੈ। ਲਓ, ਮੈਂ ਹੁਣ ਤੁਹਾਨੂੰ ਬੇਨਤੀ ਕਰਾਂ, ਮੈਂ ਕਹਿੰਦਾ ਸਾਰੀਆਂ ਗੱਲਾਂ ਛੱਡਦੇ ਹਾਂ, ਮੈਨੂੰ ਇੱਕ ਗੱਲ ਦਾ ਦੱਸਿਆ ਜਾਵੇ ਕਿ ਇੱਕ ਉਹ ਸਾਰੀ ਘਟਨਾ ਚੱਕਰ ਨਾਲ ਸੰਬੰਧਿਤ ਮੁੱਖ ਚਸ਼ਮਦੀਦ ਗਵਾਹ ਜਿਹੜਾ ਕਿ ਮੁੱਖ ਕੜੀ ਹੈ, ਉਹਦੀ ਵਾਈਫ ਦੋ ਬੰਦਿਆਂ ਦਾ ਨਾਂ ਲੈ ਕੇ ਇਲਜ਼ਾਮ ਲਾ ਰਹੀ ਹੈ। ਮੈਂ ਕਹਿੰਦਾ ਉਹ ਸੱਚੇ ਹੀ ਹੋਣਗੇ, ਉਹ ਵਿਚਾਰੀ ਝੂਠ ਬੋਲ ਰਹੀ ਹੋਗੀ। ਪਰ ਮੈਂ ਪੁੱਛਣਾ ਚਾਹੁੰਦਾ, ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ SIT 'ਚ ਪੇਸ਼ ਕਰਵਾ ਲਿਆ, ਸਾਰਿਆਂ ਨੂੰ ਕਰਵਾਉਣਾ ਚਾਹੀਦਾ, ਕਰਵਾਇਆ, ਲੇਕਿਨ ਉਹਨਾਂ ਦੋ ਬੰਦਿਆਂ ਦੇ ਉੱਤੇ ਤੁਸੀਂ FIR ਵੀ ਨਹੀਂ ਕਰ ਰਹੇ ਤੇ ਤੁਸੀਂ ਉਹਨਾਂ ਦੋ ਬੰਦਿਆਂ ਨੂੰ ਤੁਸੀਂ ਇਨਵੈਸਟੀਗੇਟ ਵੀ ਨਹੀਂ ਕਰ ਰਹੇ, ਬੁਲਾ ਕੇ ਪੁੱਛ ਵੀ ਨਹੀਂ ਰਹੇ ਵੀ ਗੱਲ ਕੀ ਹੈ। SIT ਦੇ ਦਿਮਾਗ 'ਚ ਵੀ ਨਹੀਂ ਆਇਆ ਵੀ ਇਹਨਾਂ ਦੋ ਬੰਦਿਆਂ ਨੂੰ ਪੁੱਛਾਂ ਵੀ ਤੁਸੀਂ ਜਿਸ ਗੱਲ ਦੀ SIT ਇਨਵੈਸਟੀਗੇਸ਼ਨ ਕਰ ਰਹੀ ਹੈ, ਉਹਦੀਆਂ ਗਵਾਹਾਂ ਨੂੰ ਮੁਕਰਾਉਣ ਲਈ ਜੋ ਕਿ ਬੰਦੇ ਕੰਮ ਕਰ ਰਹੇ ਆ, ਉਹਦੇ ਉੱਤੇ SIT ਸੋਚ ਵੀ ਨਹੀਂ ਰਹੀ ਵੀ ਉਹਦੇ ਉਹਨਾਂ ਨੂੰ ਪੁੱਛਿਆ ਜਾਵੇ। ਇਹਦੀ ਕੀ ਵਜ੍ਹਾ ਹੈ? ਇਹਦੀ ਵਜ੍ਹਾ ਸਿਰਫ ਇੱਕੋ ਹੀ ਹੈ ਕਿ ਪੈੜਾਂ ਜਿਹੜੀਆਂ ਨੇ ਉਹ ਪੈੜਾਂ ਜਾ ਰਹੀਆਂ ਨੇ ਕਿਸੇ ਦੇ ਘਰ ਨੂੰ, ਉਹ ਘਰ ਨੂੰ ਹੁਣ ਨੰਗੀਆਂ ਹੋਣੀਆਂ ਸ਼ੁਰੂ ਹੋ ਰਹੀਆਂ ਨੇ। ਨੰਗੀਆਂ ਹੋਣੇ ਦੇ ਲਈ ਸਿੱਧਾ ਤਰੀਕਾ ਹੈ, ਇਹਨਾਂ ਦੋਨਾਂ ਬੰਦਿਆਂ ਨੂੰ ਲਿਆਓ, ਪੁਲਿਸ ਦੇ ਸਾਹਮਣੇ ਖੜਾ ਕਰੋ, ਇਹਨਾਂ ਨੂੰ ਇੱਕੋ ਇੱਕ ਸਵਾਲ ਕਰੋ ਕਿ ਤੁਸੀਂ ਉਹਨੂੰ ਝੂਠ ਕਿਉਂ ਬੁਲਾਉਣਾ ਚਾਹੁੰਦੇ ਸੀ। ਸਾਰੀ ਕਹਾਣੀ ਖੁੱਲਣੀ ਸ਼ੁਰੂ ਹੋ ਜਾਏਗੀ ਉੱਥੋਂ ਹੀ, ਔਰ ਪੈੜਾਂ ਨੰਗੀਆਂ ਹੋਣੀਆਂ ਸ਼ੁਰੂ। ਉਹਤੇ ਡਰ ਕਰਕੇ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਬੜੇ ਦਲੇਰ ਮੁੱਖ ਮੰਤਰੀ ਕਹਾਉਂਦੇ ਆ। ਮੈਂ ਕਹਿੰਦਾ ਤੁਸੀਂ ਬਹੁਤ ਦਲੇਰ ਹੋ, ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਸ਼ੂ ਦੇ ਉੱਤੇ ਜੇ ਦਲੇਰੀ ਨਹੀਂ ਦਿਖਾ ਪਾਏ ਤਾਂ ਕਾਹਦੀ ਦਲੇਰੀ ਤੁਹਾਡੀ? ਫਿਰ ਤੁਸੀਂ ਆਪਣੇ ਦੋ ਇੱਕ ਸਧਾਰਨ ਲੀਡਰਾਂ ਨੂੰ ਜਿਨ੍ਹਾਂ ਉੱਤੇ ਸਿੱਧਾ ਇਲਜ਼ਾਮ ਲੱਗ ਰਿਹਾ, ਤੁਸੀਂ ਉਹਨਾਂ ਨੂੰ ਜਾਂਚ ਤਾਂ ਹੋਵੇ, ਤੁਸੀਂ ਇਨਵੈਸਟੀਗੇਟ ਵੀ ਨਹੀਂ ਕਰਵਾ ਰਹੇ। ਤੁਸੀਂ ਮੁਲਜ਼ਮ ਨਹੀਂ ਐਲਾਨਣਾ ਨਾ ਸੀ, ਘੱਟੋ-ਘੱਟ ਜਾਂਚ ਤਾਂ ਹੋਵੇ। ਤੁਸੀਂ ਜਾਂਚ ਕਿਉਂ ਨਹੀਂ ਕਰਵਾ ਰਹੇ? ਤੁਸੀਂ ਤਾਂ ਉਹਨਾਂ ਨੂੰ ਡਿਫੈਂਡ ਕਰਨ ਲੱਗ ਪਏ ਹੋ। ਠੀਕ ਹੈ ਬੈਂਸ ਸਾਹਿਬ, ਇੱਕ ਗੱਲ ਹੋਰ ਬੈਂਸ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਇਹ ਮਾਮਲਾ ਬਹੁਤ ਵੱਡਾ ਸੀਗਾ ਜਿਹਦਾ ਸੈਟਬੈਕ ਤੁਹਾਡੀ ਸਰਕਾਰ, ਤੁਹਾਡੀ ਪਾਰਟੀ ਨੂੰ ਲੱਗਿਆ, ਪਰ
ਘੱਟੋ ਘੱਟ ਆਪਾਂ ਇਸ ਗੱਲ ਨੂੰ ਵੀ ਦਰਕਨਾਰ ਨਹੀਂ ਕਰ ਸਕਦੇ ਕਿ ਉਹ 1.5 ਸਾਲਾਂ ਦੇ ਵਿੱਚ ਤੁਹਾਨੂੰ ਪੂਰੇ ਯਤਨ ਨਹੀਂ ਕਰਨੇ ਚਾਹੀਦੇ ਸੀਗੇ ਕਿ ਇਹ ਮਸਲਾ ਅਗਲੀ ਸਰਕਾਰ ਤੱਕ ਜਾਵੇ ਹੀ ਨਾ, ਜਾਂ ਅਗਲੇ ਟੈਨਿਓਰ ਤੱਕ ਜਾਵੇ ਹੀ ਨਾ, ਇਸ ਮਸਲੇ ਨੂੰ ਪਹਿਲਾਂ ਹੀ ਹੱਲ ਕਰ ਦਿੱਤਾ ਜਾਵੇ, ਕਿਉਂਕਿ ਤੁਹਾਨੂੰ ਵੀ ਪਤਾ ਸੀ ਕਿ ਜੇ ਇਹ ਮਸਲਾ ਇਦਾਂ ਹੀ ਚੱਲਦਾ ਰਿਹਾ ਤਾਂ ਇਹ ਤੁਹਾਨੂੰ ਨੁਕਸਾਨ ਪਹੁੰਚਾਏਗਾ। ਸਾਡੇ ਕੋਲ ਦੋ ਹੀ ਤਰੀਕੇ ਸੀ, ਇੱਕ ਤਾਂ ਇਹ ਸੀ ਵੀ ਕਿਸੇ ਨੂੰ ਝੂਠਾ ਮੂਠਾ ਫੜਦੇ ਤੇ ਉਹਦੇ ਤੇ ਕੇਸ ਕਰਦੇ ਤੇ ਉਹਨੂੰ ਟੰਗ ਦਿੰਦੇ, ਇੱਕ ਤਾਂ ਤਰੀਕਾ ਇਹ ਸੀ। ਲੇਕਿਨ ਜੇ ਇਹ ਤਰੀਕਾ ਅਸੀਂ ਅਪਣਾਉਂਦੇ ਤਾਂ ਕੀ ਗੁਰੂ ਗ੍ਰੰਥ ਸਾਹਿਬ ਸਾਨੂੰ ਮਾਫ ਕਰ ਦੇ ਵੀ ਜਿਹੜੇ ਅਸਲੀ ਦੋਸ਼ੀ ਹੈ ਉਹਨਾਂ ਨੂੰ ਅਸੀਂ ਨਿਗਾਹ ਪਰੇ ਕਰਕੇ ਕਿਸੇ ਨੂੰ ਵੀ ਫੜਿਆ ਆਪਣੇ ਆਪ ਨੂੰ ਸੱਚੇ ਰੱਖਣ ਲਈ ਅਸੀਂ ਤਾਂ ਕਰਤਾ ਕਰ ਦਿੰਦੇ। ਔਰ ਦੂਜੀ ਗੱਲ ਅਸੀਂ ਕਰ ਵੀ ਦਿੰਦੇ 1 ਮਿੰਟ ਦੇ ਲਈ। ਮੈਂ ਕਹਿੰਦਾ ਸਾਡੇ ਜੇ ਮਨ 'ਚ ਪਾਪ ਆ ਵੀ ਜਾਂਦਾ ਤਾਂ ਕੀ ਦੇਸ਼ ਦੀਆਂ ਕਚਹਿਰੀ ਖੜੀ ਨਹੀਂ ਹੈ ਕਿ ਕੋਰਟਸ ਦੇ ਵਿੱਚ ਜਾ ਕੇ ਗੱਲ ਕਲੀਅਰ ਨਾ ਹੁੰਦੀ ਵੀ ਸਰਕਾਰ ਨੇ ਕੀ ਸਰਕਾਰਾਂ ਵੱਲੋਂ ਲਾਏ ਗਏ ਇਲਜ਼ਾਮ ਕਚਹਿਰੀਆਂ ਜਾ ਕੇ ਆਪਾਂ ਝੂਠ ਬੋਲਣ ਦੀ ਲੋੜ ਕੀ ਹੈ? ਮੈਂ ਤਾਂ ਸੱਚ ਦੀ ਗੱਲ ਕਰ ਰਿਹਾ ਨਾ। ਬੇਨਤੀ ਬਿਲਕੁਲ ਇਹੀ ਗੱਲ ਕਹਿ ਰਹੇ ਹਾਂ ਵੀ ਅਸੀਂ ਝੂਠ ਕਿਉਂ ਬੋਲਦੇ। ਅਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ, ਇੱਧਰ ਨੂੰ ਇਨਵੈਸਟੀਗੇਸ਼ਨ ਜਾ ਰਹੀ ਸੀ, ਚੱਲ ਰਹੀ ਸੀ। ਜਦੋਂ ਤੱਕ ਕੰਕਰੀਟ ਗੱਲ ਜਿਹੜੀ ਸਾਡੇ ਕੋਲੋਂ 1.5 ਸਾਲ ਹੱਥ ਨਹੀਂ ਆਈ, ਇਹਨਾਂ ਕੋਲੋਂ 3 ਸਾਲ ਹੱਥ ਨਹੀਂ ਆਈ, ਜਦੋਂ ਤੱਕ ਸਾਡੇ ਹੱਥ ਨਹੀਂ ਸੀ ਆਈ ਅਸੀਂ ਇਲਜ਼ਾਮ ਜਿੱਦਾਂ ਇਹ ਸਾਡੇ ਤੇ ਲਾਈ ਚਲੀ ਜਾਂਦੇ ਸੀ, ਅਸੀਂ ਤਾਂ ਨਹੀਂ ਸੀ ਲਾਏ, ਅਸੀਂ ਤਾਂ ਹੁਣ ਆ ਕੇ ਲਾਏ ਆ। ਜਦੋਂ ਇਹਨਾਂ ਦੇ ਬੰਦਿਆਂ ਉੱਤੇ ਇਲਜ਼ਾਮ ਲੱਗੇ ਔਰ ਉਸ ਬੰਦੇ ਨੇ ਲਾਏ ਆ ਜਿਹੜਾ ਕਿ ਸਿੱਧੀ ਤੇਰਾ ਉਹਨੇ ਲਾਇਆ ਕਿ ਇਹ ਸਾਡੇ ਝੂਠ ਫੈਲਾਉਣਾ ਚਾਹੁੰਦੇ ਆ। ਔਰ ਸਵਾਲ ਸਿਰਫ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਸ਼ੂ ਦੇ ਉੱਤੇ ਕਾਂਗਰਸੀ ਲੀਡਰ ਗਵਾਹ ਤੋਂ ਝੂਠ ਕਿਉਂ ਬੁਲਾਉਣਾ ਚਾਹੁੰਦੇ ਆ? ਅੱਛਾ, ਇੱਕ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਨਹੀਂ ਆਉਂਦਾ ਵਾਰ-ਵਾਰ ਕਿ ਉਦੋਂ ਜਦੋਂ ਇਹ ਕੁਝ ਹੋਇਆ ਉਦੋਂ ਪੋਲੀਟੀਕਲ ਪਾਰਟੀਆਂ ਤੋਂ ਇਲਾਵਾ ਵਿਰੋਧੀ ਧਿਰਾਂ ਤੋਂ ਇਲਾਵਾ ਬੜੇ ਗਰਮ ਦਲੀ ਬੜੇ ਸਿੱਖ ਜਥੇਬੰਦੀਆਂ ਵੀ ਮੈਦਾਨ ਦੇ ਵਿੱਚ ਆਈਆਂ, ਤੁਹਾਡੀ ਪਾਰਟੀ ਦੇ ਖਿਲਾਫ ਤੁਹਾਡੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ, ਧਰਨੇ ਪ੍ਰਦਰਸ਼ਨ ਹੋਏ। ਅੱਜ ਜਦੋਂ ਇੱਕ ਮੁੱਖ ਗਵਾਹ ਇਸ ਪੂਰੇ ਮਸਲੇ ਦੀ ਮੇਨ ਕੜੀ ਜਿਹੜਾ ਚਲਾ ਗਿਆ, ਕਿਸੇ ਦੇ ਤਸ਼ੱਦਦ ਕਾਰਨ ਚਲਾ ਗਿਆ, ਪਰਿਵਾਰ ਇਹ ਇਲਜ਼ਾਮ ਲਾ ਰਿਹਾ, ਅੱਜ ਜਿਹੜੀ ਚੁੱਪੀ ਹੈ ਉਹ ਤੁਹਾਨੂੰ ਚੁੱਭਦੀ ਨਹੀਂ? ਮੈਂ ਸੱਚੀ ਤੁਹਾਨੂੰ ਗੱਲ ਦੱਸਾਂ, ਜਦੋਂ ਉਸ ਵੇਲੇ ਸਾਡੀ ਸਰਕਾਰ ਸੀ ਔਰ ਜਦੋਂ ਇਹ ਸਾਰਾ ਦੁਖਾਂਤ ਦਾ ਜਿਹੜਾ ਸੀ ਦੌਰ ਚੱਲ ਰਿਹਾ ਸੀ, ਉਸ ਵੇਲੇ ਬੜੇ ਨਾਮਵਰ ਔਰ ਮੈਂ ਕਹਾਂਗਾ ਬਾਇਜ਼ਤ ਜਿਹੜੇ ਧਾਰਮਿਕ ਸ਼ਖਸੀਅਤਾਂ ਨੇ, ਉਹਨਾਂ ਨੇ ਮੈਂ ਤਾਂ ਮਨੋਂ ਇਹ ਮੰਨਦਾ ਸੀ ਕਿ ਸ਼ਾਇਦ ਸੱਚੀ ਮੁੱਚੀ ਇਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ, ਇਸੇ ਕਰਕੇ ਉਹ ਕਿਸੇ ਨੂੰ ਵੀ ਪਹੁੰਚੇਗੀ, ਸਾਰਿਆਂ ਨੂੰ ਪਹੁੰਚੀ ਸੀ। ਮੈਂ ਇਕੱਲੇ ਗੁਰੂ ਨਾਨਕ ਨਾਮ ਲੈਵਾ ਬਲਕਿ ਮੈਂ ਕਹਿੰਦਾ ਸਾਰੇ ਸੰਸਾਰ ਨੂੰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਹੈ ਉਹਦੇ ਬਾਰੇ ਕਲੀਅਰ ਹੈ ਕਿ ਸਿਰਫ ਸਿੱਖਾਂ ਦਾ ਜਿਹੜਾ ਹੈਗਾ ਉਹਨਾਂ ਵਿੱਚ ਚਾਨਣ ਮੁਨਾਰਾ ਨਹੀਂ, ਇਹ ਸਾਰੀ ਦੁਨੀਆ ਵਾਸਤੇ ਹੈ। ਇੱਕੋ ਹੀ ਗ੍ਰੰਥ ਹੈ ਜਿਹਦੇ ਉੱਤੇ ਸਾਰੇ ਧਰਮ ਦੇ ਅਕੀਦਿਆਂ ਦੇ ਲੋਕ ਸਜਦਾ ਕਰਦੇ ਨੇ, ਔਰ ਇੱਕੋ ਹੀ ਗੁਰੂ ਗ੍ਰੰਥ ਸਾਹਿਬ ਹੈ ਜਿਹਨਾਂ ਉੱਤੇ ਆਧਾਰਿਤ ਜਿਹੜੇ ਗੁਰਧਾਮ ਨੇ ਉਹਨਾਂ ਦੇ ਚਾਰੇ ਦਰਵਾਜ਼ੇ ਖੁੱਲੇ ਰੱਖੇ ਗਏ। ਤੁਸੀਂ ਮੱਕੇ ਗੈਰ ਮੁਸਲਮਾਨ ਨਹੀਂ ਜਾ ਸਕਦਾ। ਤੁਸੀਂ ਇਹ ਮੰਦਿਰਾਂ ਦੇ ਵਿੱਚ ਕੱਲ੍ਹ ਹੀ ਖਬਰ ਪੜ੍ਹੀ ਹੋਏਗੀ ਕਿ ਉੱਥੇ ਗੈਰ ਹਿੰਦੂ ਜਿਹੜੇ ਉਹਨਾਂ ਨੂੰ ਅਲਾਓ ਨਹੀਂ ਕੀਤਾ ਗਿਆ। ਸਿੱਖਾਂ ਦੀ ਤਾਂ ਇੱਕ ਵੱਡਾ ਪਣ ਇਹ ਹੈ ਕਿ ਇੱਥੇ ਤਾਂ ਜੋ ਸਮੁੱਚੀ ਮਾਨਵਤਾ ਲਈ ਸਾਰਾ ਕੁਝ ਖੋਲਿਆ ਗਿਆ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਈ ਜਿਹੜੀ ਗੱਲ ਸੀ ਤਾਂ ਅਸੀਂ ਇਹ ਮੰਨਦੇ ਸੀ ਵੀ ਉਹਦੇ ਤੇ ਠੇਸ ਹਰੇਕ ਮਨ ਨੂੰ ਪਹੁੰਚੀ। ਤਾਂ ਇਹ ਤਾਂ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਸੀ ਇਹਨਾਂ ਨੂੰ ਵੀ ਪਹੁੰਚੀ ਹੋਏਗੀ, ਇਹ ਮੈਂ ਮੰਨ ਕੇ ਚੱਲਦਾ ਸੀ। ਲੇਕਿਨ ਉਹ ਠੇਸ ਹੁਣ ਕਿਉਂ ਨਹੀਂ ਪਹੁੰਚ ਰਹੀ? ਹੁਣ ਉਹ ਠੇਸ ਕਿਉਂ ਨਹੀਂ ਪਹੁੰਚ ਰਹੀ ਜਦ ਕਿ ਉਹਨਾਂ ਦੇ ਸਾਹਮਣੇ ਗੱਲ ਆ ਗਈ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਨਵੈਸਟੀਗੇਸ਼ਨ ਦੇ ਸੰਬੰਧ ਦੇ ਵਿੱਚ ਗੱਲ ਕਲੀਅਰ ਆ ਗਈ ਹੈ ਕਿ ਜਿਹੜਾ ਬੰਦਿਆਂ ਦੇ ਨਾਲ ਤੁਸੀਂ ਉਸੇ ਗਵਾਹ ਦੇ ਨਾਲ ਤਾਂ ਖੜੇ ਸੀ ਇਹ। ਹੁਣ ਉਹਨਾਂ ਦੀ ਵਾਈਫ ਇਹ ਕਹਿ ਰਹੀ ਕਿ ਮੇਰੇ ਪਤੀ ਦੇ ਮੌਤ ਦੇ ਲਈ ਜ਼ਿੰਮੇਦਾਰ ਆਹ ਲੋਕ ਨੇ ਜਿਹੜੇ ਉਹ ਤੋਂ ਝੂਠ ਬੁਲਾਉਣਾ ਚਾਹੁੰਦੇ ਸੀ, ਜਿਨ੍ਹਾਂ ਨੇ ਦਬਾਅ ਪਾਇਆ, ਉਹਦੇ ਤੇ ਵੱਡੇ ਵੱਡੇ ਬਿੱਲ ਭੇਜੇ, ਘਰਾਂ ਤੇ ਗੋਲੀਆਂ ਚਲਾਈਆਂ, ਮਾਰਨ ਤੱਕ ਗਏ। ਕੋਈ ਤਾਂ ਧਾਰਮਿਕ ਸ਼ਖਸੀਅਤ ਬੋਲ ਰਹੀ ਹੋਵੇ ਜਿਹਨੂੰ ਪੰਜਾਬੀ 'ਚ ਕਹਿੰਦੇ ਘੁੰਗਣੀਆਂ ਪਾ ਲਈਆਂ ਨੇ ਸਾਰਿਆਂ ਨੇ। ਇਹ ਸੱਚ ਦੇ ਜਿਹੜੇ ਐਡੇ ਵੱਡੇ ਅਲੰਬਦਾਰ ਜਿਹੜੇ ਵੱਡੇ ਵੱਡੇ ਦੁਨੀਆ ਨੂੰ ਨਸੀਹਤਾਂ ਦਿੰਦੇ ਨੇ, ਔਰ ਮੈਂ ਸੁਣਦਾ ਹੁੰਦਾ ਕਿ ਮੈਂ ਤਾਂ ਬੜਾ ਉਪਾਸ਼ਕ ਆ ਸਾਰਿਆਂ ਦਾ ਇਹਨਾਂ ਦਾ, ਜਿੱਥੋਂ ਤੱਕ ਧਾਰਮਿਕ ਸਪੀਚਾਂ ਦਾ ਸੰਬੰਧ ਹੈ, ਇਹਨਾਂ ਦਾ ਪ੍ਰਚਾਰ ਦਾ ਸੰਬੰਧ ਹੈ, ਮੈਂ ਸੁਣਦਾ ਹੁੰਦਾ, ਹਮੇਸ਼ਾ ਸੁਣਦਾ ਹੁੰਦਾ, ਵੱਡੇ ਵੱਡਿਆਂ ਨੂੰ ਸੁਣਦਾ ਹੁੰਦਾ। ਲੇਕਿਨ ਮੈਨੂੰ ਹੈਰਾਨੀ ਹੋ ਰਹੀ ਹੈ ਕਿ ਅੱਜ ਕੋਈ ਬੋਲ ਹੀ ਨਹੀਂ ਰਿਹਾ। ਕੁਛ ਤਾਂ ਬੋਲੋ ਕਿ ਚਲੋ ਤੁਸੀਂ ਕਹਿੰਦੇ ਸੀ ਇਹ ਤਾਂ ਮਾੜੇ, ਅਕਾਲੀ ਦਲ ਨੂੰ ਤਾਂ ਮਾੜੇ, ਅਕਾਲੀ ਦਲ ਤਾਂ ਪਹਿਰੇਦਾਰ ਚੰਗਾ ਨਹੀਂ, ਪਰ ਚੋਰ ਦੇ ਖਿਲਾਫ ਕਿਉਂ ਨਹੀਂ ਬੋਲ ਰਹੇ? ਪਹਿਰੇਦਾਰ ਤਾਂ ਚੰਗਾ ਨਹੀਂ ਨਿਕਲਿਆ, ਪਰ ਤੁਸੀਂ ਚੋਰ ਦੇ ਖਿਲਾਫ ਕਿਉਂ ਨਹੀਂ ਬੋਲ ਰਹੇ? ਪਹਿਰੇਦਾਰ ਨੂੰ ਤਾਂ ਬਦਨਾਮ ਕਰਨ ਲਈ ਸਾਰਾ ਕੁਝ ਕੀਤਾ ਗਿਆ ਸੀ, ਔਰ ਤੁਸੀਂ ਉਸ ਵੇਲੇ ਵੀ ਚੋਰ ਦੇ ਨਾਲ ਰਲ ਗਏ ਸੀ ਤਾਂ ਬੋਲੀ ਗਏ। ਅੱਜ ਵੀ ਚੋਰ ਨਾਲ ਰਲੇ ਹੋਏ ਤਾਂ ਚੁੱਪ ਕਰ ਗਏ ਹੋ। ਯਾਨੀ ਇਹ ਕੋਈ ਧਾਰਮਿਕ ਕਿਰਦਾਰ ਹੈ। ਮੇਰਾ ਮਤਲਬ ਗੁਰੂ ਗ੍ਰੰਥ ਸਾਹਿਬ ਦਾ ਨਾਮ ਲੈਣਾ ਪਹਿਲੇ ਸਤਿਕਾਰ ਸੀਗਾ, ਹੁਣ ਸਤਿਕਾਰ ਕਿੱਥੇ ਹੈ ਤੁਹਾਡੇ ਮਨ ਦੇ ਵਿੱਚ? ਮੇਰਾ ਮਤਲਬ ਦੇਖੋ, ਸਤਿਕਾਰ ਹੁੰਦਾ ਕਿਰਦਾਰ ਦੇ ਨਾਲ, ਸਤਿਕਾਰ ਹੁੰਦਾ ਸ਼ਖਸੀਅਤ ਦਾ ਕਦੇ ਨਹੀਂ। ਸਿੱਖੀ ਸਾਨੂੰ ਇਹ ਗੱਲ ਸਿਖਾਉਂਦੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਇਹ ਸਿਖਾਉਂਦੇ ਆ ਕਿ ਤੁਹਾਡੇ ਕਰਮਾਂ ਨਾਲ ਹੀ ਨਿਬੇੜਾ ਹੁੰਦਾ। ਕੋਈ ਮੇਰੇ ਰੂਪ ਨਾਲ, ਮੇਰੇ ਸਰੂਪ ਨਾਲ, ਮੇਰੀਆਂ ਗੱਲਾਂ ਨਾਲ, ਮੇਰੇ ਪ੍ਰਚਾਰ ਨਾਲ ਮੇਰਾ ਕੋਈ ਮਾਣ ਇੱਜ਼ਤ ਨਹੀਂ ਵੱਧਦਾ। ਦਰਗਾਹ ਦੇ ਵਿੱਚ ਜਦੋਂ ਗੱਲ ਹੋਣੀ ਹੈ ਤਾਂ ਉਦੋਂ ਮੇਰੇ ਕਰਮਾਂ ਦੇ ਬੇਸ ਤੇ ਹੀ ਹੋਣੀ ਹੈ। ਠੀਕ ਹੈ। ਕਰਮ ਇਹ ਹੈ ਕਿ ਕੱਲ ਤੁਸੀਂ ਚੋਰਾਂ ਨਾਲ ਖੜੇ ਸੀ ਔਰ ਉਹਨਾਂ ਦੇ ਹੱਕ 'ਚ ਸ਼ੋਰ ਮਚਾ ਰਹੇ ਸੀ, ਅੱਜ ਤੁਸੀਂ ਚੋਰਾਂ ਨਾਲ ਖੜੇ ਆ ਉਹਨਾਂ ਦੇ ਹੱਕ 'ਚ ਚੁੱਪ ਬੈਠੇ ਹੋ। ਇਹ ਕਿਉਂ? ਅੱਛਾ, ਬੈਂਸ ਸਾਹਿਬ, ਇਹ ਨਹੀਂ ਲੱਗਦਾ ਕਿ ਜਿਵੇਂ ਵਿਧਾਨ ਸਭਾ ਦੇ ਵਿੱਚ ਹੋਇਆ? ਇੱਕ ਮਿੰਟ ਮੈਂ ਬੇਨਤੀ ਕਰਾਂ, ਚੋਰ ਮੈਂ ਨਹੀਂ ਕਹਿ ਰਿਹਾ।
ਆਓ ਇਹ ਮੁੱਖ ਸਬੂਤ ਗਵਾਹ ਦੀ ਧਰਮ ਪਤਨੀ ਗੱਲ ਕਰ ਰਹੀ ਹੈ, ਮੁੱਖ ਗਵਾਹ ਦੀ ਧਰਮ ਮੈਂ ਪਤਨੀ। ਉਸੇ ਗੱਲ ਤੇ ਆ ਰਿਹਾ, ਜਦੋਂ ਮੁੱਖ ਗਵਾਹ ਦੀ ਧਰਮ ਪਤਨੀ ਨੂੰ ਤੁਸੀਂ ਆਪਣੀਆਂ ਪ੍ਰੈਸ ਕਾਨਫਰੰਸਾਂ 'ਚ ਬਿਠਾਉਂਦੇ ਹੋ, ਜਦੋਂ ਉਹਨਾਂ ਨੂੰ ਵਿਧਾਨ ਸਭਾ 'ਚ ਲੈ ਕੇ ਜਾਂਦੇ ਹੋ, ਜਦੋਂ ਉਹਨਾਂ ਦੀ ਗੱਲ ਤੁਸੀਂ ਧਰਨਿਆਂ ਦੇ ਵਿੱਚ ਕਰਦੇ ਹੋ, ਤਾਂ ਇਹ ਲੱਗਦਾ ਨਹੀਂ ਕਿ ਇਹ ਸਿਆਸੀ ਮਫਾਦ ਹੈ? ਵੀ ਤੁਸੀਂ ਪਹਿਲਾਂ ਚੀਜ਼ਾਂ ਨੂੰ ਸਿਆਸੀ ਮਫਾਦ ਕਹਿੰਦੇ ਹੋ, ਇਸ ਨੂੰ ਸਿਆਸਤ ਨਾਲ ਜੋੜ ਕੇ ਵਿਰੋਧੀ ਤਰ੍ਹਾਂ ਦੇਖਦੇ ਆ ਵੀ ਉਹ ਤਾਂ ਜੀ ਅਕਾਲੀ ਦਲ ਨੇ ਜੋ ਸਿਖਾਤਾ ਉਹ ਬੋਲ ਰਹੇ। ਇੱਕ ਮਿੰਟ ਨੂੰ ਸਿਆਸਤ ਨੂੰ ਇੱਕ ਸੈਕਿੰਡ ਲਈ ਪਰੇ ਕਰੋ। ਉਹਨਾਂ ਦੀ ਤੁਸੀਂ ਕਿਉਂ ਲੈ ਕੇ ਜਾਂਦੇ ਹੋ ਵਾਰ-ਵਾਰ? ਤੁਸੀਂ ਮੈਂ ਉਹਦਾ ਜਵਾਬ ਦੇ ਰਿਹਾ ਨਾ। ਮੈਂ ਕਹਿ ਰਿਹਾ ਇੱਕ ਮਿੰਟ ਲਈ ਸਿਆਸਤ ਨੂੰ ਪਰੇ ਕਰੋ, ਉਹਨਾਂ ਦੀ ਨੂੰ ਵੀ, ਕਾਂਗਰਸੀਆਂ ਦੀ ਨੂੰ ਵੀ, ਸਾਡੀ ਸਿਆਸਤ ਨੂੰ ਵੀ ਕਹਿ ਦਿਓ ਦੋਨਾਂ ਦੀ ਮਾੜੀ, ਇਦਾਂ ਕਰ ਲਓ ਜੀ। ਹੁਣ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਜਿਹੜਾ ਇੱਕ ਧਿਰ ਅਸੀਂ ਸਾਡੇ ਉੱਤੇ ਇਲਜ਼ਾਮ ਲਾਇਆ ਗਿਆ ਕਿ ਜੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ, ਔਰ ਉਸ ਇਲਜ਼ਾਮ ਦੇ ਖਿਲਾਫ ਸਭ ਤੋਂ ਵੱਡਾ ਸਬੂਤ ਜਿਹੜੀ ਸਾਡਾ ਵਿਸ਼ਵਾਸ ਸੀ ਉਹਦੇ ਹੱਕ ਦੇ ਵਿੱਚ ਨਿੱਤਰ ਕੇ ਸਾਹਮਣੇ ਆ ਗਿਆ, ਔਰ ਕੁਦਰਤੀ ਤੌਰ ਤੇ। ਔਰ ਕਹਿੰਦੇ, ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਅਕਾਲ ਪੁਰਖ ਬਹੁਤ ਕਹਿੰਦੇ ਬੇਅੰਤ ਹੈ, ਬਹੁਤ ਬੇਅੰਤ ਹੈ, ਸਮਾਂ ਉਹਦਾ ਔਰ ਤਰੀਕੇ ਉਹਦੇ, ਲੇਕਿਨ ਸੱਚਾਈ ਸਾਹਮਣੇ ਆਉਂਦੀ ਹੈ। ਸੱਚਾਈ ਕਹਿੰਦੇ ਹੁੰਦੇ ਸਿਰ ਚੜ੍ਹ ਕੇ ਬੋਲਦੀ ਹੈ। ਔਰ ਉਹ ਜਿਹੜੀ ਉਹ ਘਟਨਾ ਸਾਰੀ ਹੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਈ, ਮੈਂ ਕਹਿੰਦਾ ਉਸ ਬੰਦੇ ਦੀ ਸ਼ਹਾਦਤ ਹੋਈ ਹੈ, ਜਿਹੜਾ ਉਹ ਜਿਹੜੇ ਗਵਾਹ ਜਿਹੜੇ ਇਹਨਾਂ ਦੇ ਦਵਾ ਹੇਠ ਮਰੇ ਆ, ਉਹਦੀ ਸ਼ਹਾਦਤ ਹੋਈ ਹੈ। ਲੇਕਿਨ ਉਸ ਸ਼ਹਾਦਤ ਨਾਲ ਇੱਕ ਗੱਲ ਹੋਈ ਹੈ ਕਿ ਇਹ ਗੱਲ ਸਾਹਮਣੇ ਆਈ ਕਿ ਅਸਲੀ ਦੋਸ਼ੀ ਕੌਣ ਆ, ਕੌਣ ਲਗਾਉਣਾ ਚਾਹ ਰਿਹਾ, ਔਰ ਉਹ ਸਾਡੇ ਨਾਲ ਕਿਉਂ ਬੈਠਦੀ ਹੈ ਬੀਬੀ, ਉਹਨੂੰ ਕੋਈ ਤਾਂ ਬਾਂਹ ਫੜਨ ਨੂੰ ਤਿਆਰ ਨਾ ਹੋਇਆ। ਹੁਣ ਅਸੀਂ ਵੀ ਉਹਨੂੰ ਕਹੀਏ, ਇੱਕ ਮਿੰਟ ਲਈ ਅਸੀਂ ਵੀ ਉਹਨੂੰ ਕਹੀਏ ਕਿ ਬੀਬੀ ਸਾਡੇ ਨੇੜੇ ਨਾ ਹੀ, ਸਾਡੇ ਤੇ ਸਿਆਸੀ ਇਲਜ਼ਾਮ ਲੱਗੇਗਾ, ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਹੋਇਆ ਕਿ ਅਸੀਂ ਆਪਣੇ ਆਪ ਨੂੰ ਇਦਾਂ ਦੇ ਇਲਜ਼ਾਮਾਂ ਤੋਂ ਬਚਾਉਣ ਲਈ ਫਿਰ ਦੌੜ ਰਹੇ ਹਾਂ। ਅਸੀਂ ਉਸ ਲੇਡੀ, ਸਾਡੇ ਜੇ ਸਾਨੂੰ ਲੱਗਦਾ ਹੈ ਕਿ ਲੇਡੀ ਤਾਂ ਸਿਰਫ ਸਿਆਸੀ ਤੌਰ ਤੇ ਯੂਜ਼ ਹੋ ਸਕਦਾ, ਇਹਦਾ ਇਹ ਅਸਲੀ ਗੱਲ ਕੋਈ ਨਹੀਂ ਹੈ, ਫਿਰ ਤਾਂ ਅਸੀਂ ਕੁਦਰਤੀ ਗੱਲਾਂ ਦੂਰ ਰਹਾਂਗੇ। ਲੇਕਿਨ ਜਦ ਸਾਨੂੰ ਸਾਹਮਣੇ ਨਜ਼ਰ ਆ ਰਿਹਾ ਕਿ ਜਿਹੜੀ ਗੱਲ ਦੇ ਉੱਤੇ, ਔਰ ਸ਼੍ਰੋਮਣੀ ਅਕਾਲੀ ਦਲ ਧਾਰਮਿਕ ਇਸ਼ੂ ਦੇ ਉੱਤੇ ਜੇ ਕੋਈ ਗੱਲ ਸਾਹਮਣੇ ਆ ਰਹੀ ਹੈ ਤਾਂ ਕਿਉਂ ਨਾ ਖੜਾ ਹੋਵੇ। ਔਰ ਮੈਂ ਤਾਂ ਇਹ ਗੱਲ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵੀ ਆਪਾਂ ਗੱਲ ਛੱਡਦੇ ਹਾਂ, ਇੱਕ ਉਹ ਧਿਰ ਜਿੱਤੇ ਇਲਜ਼ਾਮ ਲੱਗਾ, ਉਹਦੇ ਉਸ ਇਲਜ਼ਾਮ ਨੂੰ ਝੂਠਾ ਸਾਬਤ ਕਰਦਾ ਹੋਇਆ ਉਹ ਸਬੂਤ ਸਾਹਮਣੇ ਆਇਆ, ਤਾਂ ਫਿਰ ਤੁਸੀਂ ਦੱਸੋ ਉਹ ਕਿੱਥੇ, ਕੌਣ ਉਹਦੇ ਬਾਰੇ ਗੱਲ ਕਰੇਗਾ? ਫਿਰ ਕਾਂਗਰਸੀ ਤਾਂ ਕਰਨ ਰਹੇ। ਠੀਕ ਹੈ, ਤੁਸੀਂ ਮੈਨੂੰ ਦੱਸੋ ਨਾ ਕੌਣ ਕਹੇਗਾ ਵੀ ਇਹਨਾਂ ਨੂੰ ਅਰੈਸਟ ਕਰੋ? ਹਾਂ ਠੀਕ ਹੈ, ਕਿਉਂਕਿ ਉਹ ਵਾਰ-ਵਾਰ ਇਹ ਕਰਨੇ ਕਿ ਉਹਨਾਂ ਦੀ ਸਰਕਾਰੀ ਦਰਬਾਰੇ ਸੁਣੀ ਨਹੀਂ ਜਾਂਦੀ, ਘੱਟੋ ਘੱਟ ਤੁਸੀਂ ਜਾਂਚ ਤਾਂ ਕਰੋ ਜੇ ਕੋਈ ਇਲਜ਼ਾਮ ਲੱਗ ਰਹੇ ਨੇ। ਇਹ ਗੱਲ ਬੈਂਸ ਸਾਹਿਬ ਜਿਹੜੀ ਵਾਰ-ਵਾਰ ਜ਼ਹਿਨ ਦੇ ਵਿੱਚ ਆਉਂਦੀ ਹੈ, ਇਹ ਸਾਰੀ ਇਨਵੈਸਟੀਗੇਸ਼ਨ ਦੌਰਾਨ ਪੁਲਿਸ ਦੇ ਰੋਲ ਤੇ ਬੜੇ ਸਾਰੇ ਸਵਾਲੀਆ ਨਿਸ਼ਾਨ ਤੁਹਾਡੇ ਵੱਲੋਂ ਲਾਏ ਗਏ, ਤੁਹਾਡੀ ਪਾਰਟੀ ਵੱਲੋਂ ਲਾਏ ਗਏ। ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਇਨਵੈਸਟੀਗੇਸ਼ਨ ਦੇ ਵਿੱਚ ਤੁਸੀਂ ਸ਼ਾਮਲ ਹੋਏ, ਪਰ ਇਨਵੈਸਟੀਗੇਸ਼ਨ 'ਚ ਸ਼ਾਮਲ ਹੋਣ ਤੋਂ ਪਹਿਲਾਂ ਵੀ ਤੇ ਬਾਅਦ ਵੀ ਲਗਾਤਾਰ ਇੱਕ ਪੁਲਿਸ ਅਫਸਰ ਤੇ ਨਿਸ਼ਾਨਾ ਤੁਹਾਡੀ ਪਾਰਟੀ ਵੱਲੋਂ, ਤੁਹਾਡੇ ਕਦਾਵਰ ਲੀਡਰਾਂ ਵੱਲੋਂ ਲਗਾਇਆ ਗਿਆ। ਉਹ ਵੀ ਫਿਰ ਕਿਤੇ ਇਸ਼ਾਰਾ ਕਰਦਾ ਸੀਗਾ ਕਿ ਤੁਹਾਨੂੰ ਸ਼ਾਇਦ ਤੁਹਾਡੇ ਮਨ ਦੇ ਵਿੱਚ ਕੋਈ ਡਰ ਹੈ, ਕਿਉਂਕਿ ਵਾਰ-ਵਾਰ ਦੁਹਾਈ ਇਹ ਦਿੱਤੀ ਜਾਂਦੀ ਸੀ ਕਿ ਉਹ ਪੁਲਿਸ ਵਾਲਾ ਜਿਹੜਾ ਸੀਨੀਅਰ ਅਫਸਰ ਹੈ ਉਹ ਬੜਾ ਇਮਾਨਦਾਰ ਹੈ, ਇਸ ਕਰਕੇ ਇਹਨਾਂ ਨੂੰ ਲੱਗਦਾ ਕਿ ਅਸੀਂ ਫਸ ਜਾਵਾਂਗੇ। ਉਹ ਬਹੁਤ ਇਮਾਨਦਾਰ ਅਫਸਰ ਸੀ ਜੀ। ਉਸ ਜਿਹੜਾ ਉਹ ਬਣਾਈ ਸੀ SIT ਇਹਨਾਂ ਨੇ, ਉਹਦੇ ਇਕੱਲਾ ਉਹ ਮੈਂਬਰ ਨਹੀਂ ਸੀ, ਉਹਦੇ ਹੋਰ ਮੈਂਬਰ ਵੀ ਸੀਗੇ 4 ਜੀ, ਔਰ ਉਹ ਚਾਰਾਂ ਦੇ ਚਾਰਾਂ ਨੇ ਉਹਦੀ ਇਮਾਨਦਾਰੀ ਦੀ ਗਵਾਹੀ ਭਰੀ, ਔਰ ਉਹ ਚਾਰਾਂ ਦੇ ਚਾਰਾਂ ਨੇ ਦੱਸਿਆ ਕਿ ਇਹ ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਹੈ ਜਿਹੜੀ ਰਿਪੋਰਟ ਫਾਈਨਲ, ਜੋ ਇਹ ਰਿਪੋਰਟ ਫਾਈਨਲ ਕਰ ਰਿਹਾ, ਕਿਸੇ ਨੂੰ ਬਿਨਾਂ ਪੁੱਛੇ, ਕਿਸੇ ਨੂੰ। ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ, ਤੁਹਾਡੇ ਲਈ ਕਮੇਟੀ ਬਣਾਈ ਗਈ ਹੈ, ਪੰਥ ਨੇ ਕਮੇਟੀ ਬਣਾਈ ਹੈ 5 ਮੈਂਬਰੀ, ਮੈਂ ਇਦਾਂ ਮੰਨਦਾ, ਚਲੋ ਇੱਕ ਕਮੇਟੀ ਬਣਾਈ ਗਈ ਹੈ, ਇੱਕ ਉਹਦਾ ਮੈਂਬਰ 4 ਮੈਂਬਰਾਂ ਨੂੰ ਬਿਨਾਂ ਪੁੱਛੇ ਇੱਕ ਰਿਪੋਰਟ ਤਿਆਰ ਕਰਦਾ ਔਰ ਆਪੇ ਹੀ ਉਹਨੂੰ ਸਬਮਿਟ ਕਰ ਦਿੰਦਾ। ਮੈਂ ਪੁੱਛਣਾ ਚਾਹੁੰਦਾ ਕਿ ਜਿੱਦਾਂ ਮੈਂ ਇਹ ਪੁੱਛਦਾ ਹਾਂ ਕਿ ਇਹ ਕੀ ਲੁਕੋ ਰਹੇ ਨੇ ਕਾਂਗਰਸੀ ਅੱਜ, ਮੈਂ ਇਹ ਪੁੱਛਦਾ ਕਿ ਅਫਸਰ ਉਹ ਕੀ ਲੁਕੋ ਰਿਹਾ ਸੀ ਆਪਣੇ ਕਲੀਗਸ ਤੋਂ ਹੀ, ਸਾਡੇ ਤੋਂ ਨਹੀਂ, ਆਪਣੇ ਕਲੀਗਸ ਤੋਂ ਹੀ ਕੀ ਲੁਕੋ ਰਿਹਾ ਸੀ? ਤੇ ਜੇ ਇਸ ਤਰ੍ਹਾਂ ਕਰ ਰਿਹਾ ਸੀ ਤਾਂ ਕੀ ਅਸੀਂ ਪੁਆਇੰਟ ਆਊਟ ਵੀ ਨਾ ਕਰੀਏ ਵਿਆਹ ਕਰ ਰਿਹਾ? ਉਹ ਤਾਂ ਅਖਬਾਰਾਂ ਨੇ ਪੁਆਇੰਟ ਆਊਟ ਕੀਤਾ, ਅਸੀਂ ਤਾਂ ਜੋ ਅਖਬਾਰਾਂ ਛਪਿਆ ਉਹਦੇ ਬੇਸ ਤੇ ਗੱਲ ਕਹੀ ਹੈ ਕਿ ਇਹ ਅਫਸਰ ਜੋ ਹੈ ਇਹ ਇੰਟੈਗ੍ਰਿਟੀ, ਪ੍ਰੋਫੈਸ਼ਨਲ ਇੰਟੈਗ੍ਰਿਟੀ ਦੇ ਹਿਸਾਬ ਦੇ ਨਾਲ ਕੰਮ ਨਹੀਂ ਕਰ ਰਿਹਾ। ਔਰ ਉਸ ਬੰਦੇ ਨੇ, ਉਸ ਇਮਾਨਦਾਰ ਅਫਸਰ ਨੇ ਅਖਬਾਰਾਂ ਦੇ ਵਿੱਚ ਜਾ ਕੇ, ਟੈਲੀਵਿਜ਼ਨ ਦੇ ਉੱਤੇ ਜਾ ਕੇ ਸਿਆਸੀ ਬਿਆਨ ਦਿੱਤੇ, ਜਿਹੜਾ ਕਿ ਮੈਂ ਸਮਝਦਾ ਕਿ ਕੋਈ ਪ੍ਰੋਫੈਸ਼ਨਲ ਪੁਲਿਸ ਆਫੀਸਰ, ਕੋਈ ਪ੍ਰੋਫੈਸ਼ਨਲ ਬਿਊਰੋਕਰੈਟ ਕਦੇ ਵੀ ਨਹੀਂ ਕਰਦਾ, ਕਦੇ ਵੀ ਨਹੀਂ ਕਰਦਾ। ਜਿਹੜਾ ਜਿੰਨਾ ਮਰਜ਼ੀ ਕੋਈ ਕਿਸੇ ਦੇ ਨੇੜੇ ਹੋਵੇ, ਇਦਾਂ ਕਦੇ ਨਹੀਂ ਕਰਦਾ ਕਿ ਉਹ ਆ ਕੇ ਸਿੱਧੇ ਸਿਆਸੀ ਬਿਆਨ ਦੇਣੇ ਸ਼ੁਰੂ ਕਰਦਾ ਕਿ ਇਹਨੂੰ ਹੀ ਫੜਨਾ ਮੈਂ ਤਾਂ। ਤੁਸੀਂ ਮੈਨੂੰ ਦੱਸੋ ਫਿਰ ਇਨਕੁਆਇਰੀ ਕੀ ਰਹਿ ਗਈ? ਔਰ ਮੈਂ ਤਾਂ ਵੈਸੇ ਵੀ ਪੁੱਛਣਾ ਚਾਹੁੰਦਾ ਕਿ ਜਦ ਤੁਸੀਂ 5 ਸਾਲ ਪਹਿਲਾਂ ਹੀ ਅਨਾਉਂਸ ਕਰਤਾ ਸੀ ਕਿ ਗਿਲਟੀ ਦਾ ਆ ਨੇ, ਫਿਰ ਉਸ ਤੋਂ ਬਾਅਦ ਇਨਕੁਆਇਰੀ ਕਾਹਦੀ ਸੀ? ਸਰਕਾਰ ਤੁਹਾਡੇ ਕੋਲ ਸੀ, ਤੁਸੀਂ ਪਹਿਲੇ ਦਿਨ ਆਂਦੇ ਆ ਕੇ ਅੰਦਰ ਕਰਦੇ, ਔਰ ਅੰਦਰ ਕਰਕੇ ਕਹਿੰਦੇ ਵੀ ਆਹ ਦੇਖੋ, ਆਹ FIR, ਆਹ ਸਬੂਤ, ਆਹ ਬੰਦੇ ਅੰਦਰ। ਇਹ ਫਿਰ ਸਰਕਾਰ ਦਾ ਵੀ ਤੁਹਾਨੂੰ ਵੱਡਾ ਜੇਰਾ ਨਹੀਂ ਲੱਗਦਾ? ਉਹਨਾਂ ਨੇ ਨਹੀਂ ਕੀਤਾ ਐਵੇਂ, ਵੱਡਾ ਜੇਰਾ ਉਹਨਾਂ ਨੇ ਕੀਤਾ ਨਹੀਂ ਨਾ ਐਵੇਂ। ਜੇ ਪੋਲੀਟੀਕਲ ਰੰਜਿਸ਼ ਉਹਨਾਂ ਨੇ ਕੱਢਣੀ ਹੁੰਦੀ ਤਾਂ ਫੜ ਕੇ ਅੰਦਰ ਕਰ ਦਿੰਦੇ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਮੁਲਜ਼ਮ ਤੁਸੀਂ ਹੋ, ਤਾਂ ਤੁਹਾਨੂੰ ਫੜ ਕੇ ਅੰਦਰ ਕਰ ਦਿੰਦੇ ਹੋ। ਸਾਨੂੰ ਮੁਲਜ਼ਮ ਸਾਬਤ ਕਰਨਾ ਪੈਣਾ ਸੀ ਕਚਹਿਰੀ ਦੇ ਵਿੱਚ। ਕੈਪਟਨ ਸਾਹਿਬ ਤਾਂ ਸਾਨੂੰ ਪਹਿਲਾਂ ਹੀ ਮੁਜਰਮ ਸਾਬਤ ਕਰ ਰਹੇ ਸੀ, ਕਾਂਗਰਸੀ ਤਾਂ ਸਾਨੂੰ ਪਹਿਲਾਂ ਹੀ ਕਹਿ ਰਹੇ। ਇਹਨਾਂ ਨੇ ਤਾਂ ਪਤਾ ਨਹੀਂ ਉਹ ਕੋਈ ਵਿਧਾਨ ਸਭਾ ਸੈਸ਼ਨ ਦੇ ਵਿੱਚ ਪਤਾ ਨਹੀਂ ਕੀ ਬੋਲਿਆ। ਮੈਂ ਪੁੱਛਣਾ ਚਾਹੁੰਦਾ, ਉਸ ਵਿਧਾਨ ਸਭਾ ਸੈਸ਼ਨ ਨੂੰ ਵੀ 2.5 ਸਾਲ ਹੋ ਗਏ,
2.5 ਸਾਲ ਉਸ ਵਿਧਾਨ ਸਭਾ ਸੈਸ਼ਨ ਹੋ ਗਿਆ ਜਿੱਥੇ ਬੜਾ ਹੀ ਪਤਾ ਨਹੀਂ ਕੀ ਕੁਛ ਹੋਇਆ ਸੀਗਾ। 2.5 ਸਾਲ ਤੱਕ ਅੱਜ ਤੱਕ ਇਹਨਾਂ ਦੇ ਕਿਉਂ ਇਹਨਾਂ ਦੇ ਹੱਥ ਕੁਝ ਵੀ ਨਹੀਂ ਆ ਰਿਹਾ? ਕਿਉਂਕਿ ਅੱਛਾ ਹੱਥ ਲਾਉਂਦੇ ਆ ਤਾਂ ਕਲੀਅਰ ਗੱਲ ਹੈ, ਜੋ ਪਹਿਲਾਂ ਬਾਦਲ ਸਾਹਿਬ ਨਾਲ ਇਹਨਾਂ ਨੇ ਕੀਤਾ ਸੀ ਕਿ ਫੜ ਕੇ ਅਸੀਂ ਅੰਦਰ ਦੇ ਦਾਂਗੇ, ਕਚਹਿਰੀ ਹੈ ਉਹ ਕਹੇਗੀ ਸਬੂਤ ਲਿਆਓ। ਸਬੂਤ ਤੁਹਾਡੇ ਕੋਲ ਹੈ ਕੋਈ ਨਹੀਂ, ਕੋਈ ਸਬੂਤ ਤਾਂ ਤੁਹਾਡੇ ਖਿਲਾਫ ਨੇ ਕੀਤਾ ਹੋਇਆ ਤੁਸੀਂ, ਔਰ ਤੁਹਾਨੂੰ ਪਤਾ ਹੈ ਕਿ ਮੈਂ ਕੀਤਾ ਹੋਇਆ। ਮੇਰਾ ਮਤਲਬ ਮਰਡਰ ਮੈਂ ਕੀਤਾ ਹੋਵੇ, ਮੈਂ ਤੁਹਾਡੇ ਤੇ ਝੂਠਾ ਇਲਜ਼ਾਮ ਲਾ ਰਿਹਾ ਹਾਂ, ਮੈਂ ਤੁਹਾਡੇ ਤੇ ਕੇਸ ਥੋੜੇ ਕਰੂੰਗਾ, ਕਿਉਂਕਿ ਮੈਨੂੰ ਇਹ ਤਾਂ ਪਤਾ ਹੀ ਹੈ ਨਾ ਕੀਤਾ ਮੈਂ ਇਲਜ਼ਾਮ ਲਾ ਲਾਂਗਾ ਤਾਂ ਫਿਰ ਮੇਰੇ ਤੋਂ ਧਿਆਨ ਹਟ ਜਾਏ, ਉਹ ਤਾਂ ਮੈਂ ਕਰ ਲਾਂਗਾ, ਲੇਕਿਨ ਮੈਂ ਤੁਹਾਨੂੰ ਅੰਦਰ ਨਹੀਂ ਲਿਆਉਂਗਾ ਕਦੇ ਵੀ ਕਚਹਿਰੀ ਦੇ, ਕਿਉਂਕਿ ਮੈਨੂੰ ਪਤਾ ਕਚਹਿਰੀ ਦੇ ਵਿੱਚ ਸੱਚਾਈ ਦੇ ਉੱਤੇ ਗੱਲਾਂ ਹੋਣੀਆਂ ਨੇ, ਵਕੀਲਾਂ ਨੇ ਜਿਹੜਾ ਕਰਨੀ ਹੈ, ਇਨਵੈਸਟੀਗੇਸ਼ਨ ਹੋਏਗੀ, ਜੱਜ ਨੇ ਕੁਛ ਨਾ ਕੁਛ ਦੇਖਣਾ, ਉਹਦੇ ਬੇਸ ਤੇ ਗੱਲ ਹੋਏਗੀ। ਉਹਦੇ ਬੇਸ ਤੇ ਤਾਂ ਹੋਣਾ ਸੀਗਾ ਜਿਹੜੀਆਂ ਮੈਂ ਕਹਿ ਰਿਹਾ ਪੈੜਾਂ ਹੁਣ ਨੰਗੀਆਂ ਹੋ ਰਹੀਆਂ ਨੇ, ਉਹ ਤਾਂ ਪੈੜਾਂ ਉਦੋਂ ਹੀ ਨੰਗੀਆਂ ਹੋ ਜਾਣੀਆਂ ਸੀ, ਉਹ ਤਾਂ ਜੱਜ ਨੇ ਨੰਗੀਆਂ ਕਰ ਦੇਣੀਆਂ ਸੀ ਵੀ ਤੁਸੀਂ ਕਿਸ ਬੇਸ ਤੇ ਕਰ ਰਹੇ ਹੋ, ਔਰ ਗੱਲਾਂ ਜਾ ਕਿੱਧਰ ਨੂੰ ਰਹੀਆਂ ਨੇ, ਉਹ ਇਹਨਾਂ ਦੇ ਘਰ ਨੂੰ ਜਾ ਰਹੀਆਂ ਨੇ ਸਾਫ਼। ਅੱਛਾ ਚਲੋ ਮੇਰੇ ਆਖਰੀ 2 ਸਵਾਲ ਨੇ। ਪਹਿਲਾ ਸਵਾਲ ਇਹ ਹੈ ਕਿ ਇੱਕ ਤੀਜੀ ਧਿਰ ਵੀ ਹੈਗੀ ਆਮ ਆਦਮੀ ਪਾਰਟੀ, ਉਹ ਸਿੱਧੇ ਐਲੀਗੇਸ਼ਨ ਲਾਉਂਦੀ ਹੈ ਕਿ ਅਕਾਲੀ ਤੇ ਕਾਂਗਰਸੀ ਰਲੇ ਹੋਏ ਨੇ ਇਸ ਮਸਲੇ ਦੇ ਵਿੱਚ, ਇਹਨਾਂ ਨੇ ਇਨਸਾਫ ਨਹੀਂ ਦੇਣਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਕਿ ਵੱਡੇ ਬਾਦਲ ਸਾਹਿਬ ਜਾਂ ਸੁਖਬੀਰ ਬਾਦਲ ਦੇ ਖਿਲਾਫ ਕੋਈ ਕਾਰਵਾਈ ਹੋਵੇ, ਤੇ ਨਾ ਹੀ ਉਹ ਚਾਹੁੰਦੇ ਸੀ ਕਿ ਇਸ ਮਸਲੇ ਦਾ ਹੱਲ ਹੋਵੇ। ਦੇਖੋ ਆਮ ਆਦਮੀ ਪਾਰਟੀ ਦਾ ਕਿਰਦਾਰ ਜਿਹੜਾ ਹੈ ਨਾ, ਉਹਦੇ ਬਾਰੇ ਬਿਲਕੁਲ ਸਾਫ਼ ਜਿਹੜੀ ਮੈਂ ਗੱਲ ਕਰਾਂਗਾ ਨਿਰਪੱਖ ਹੋ ਕੇ, ਮੇਰਾ ਆਮ ਆਦਮੀ ਪਾਰਟੀ ਨੂੰ ਕੋਈ ਸਵਾਲ ਹੈ ਕਿ ਤੁਹਾਨੂੰ ਬਹੁਤ ਦਰਦ ਹੋਇਆ ਸੀ, ਹਾਲਾਂਕਿ ਤੁਹਾਡੇ ਵਿੱਚ ਜਿਸ ਤਰ੍ਹਾਂ ਦੇ ਬੰਦੇ ਨੇ ਸਭ ਦੁਨੀਆ ਜਾਣਦੀ ਹੈ, ਲੇਕਿਨ ਤੁਹਾਨੂੰ ਬਹੁਤ ਦਰਦ ਹੋਇਆ ਸੀ ਔਰ ਤੁਸੀਂ ਬੜੇ ਹੰਗਾਮੇ ਕੀਤੇ, ਤੁਸੀਂ ਬਰਗਾੜੀ ਵੀ ਜਾ ਕੇ ਬਹਿ ਗਏ, ਤੁਸੀਂ ਬਹਿਬਲ ਕਲਾਂ ਵੀ ਜਾ ਕੇ ਸਾਰਾ ਕੁਝ ਕੀਤਾ, ਸਰਕਾਰ ਬਦਲ ਗਈ, ਤੁਸੀਂ ਕਹਿਤਾ ਅਜਤਾ ਜੀ ਚੱਕ ਤੇ ਫਟੇ, ਸਰਕਾਰ ਬਦਲ ਗਈ, ਤੁਸੀਂ ਮੈਂ ਕਹਿੰਦਾ ਇਹਨਾਂ ਦੇ ਮੈਂ ਇਹ ਇਲਜ਼ਾਮ ਫਿਰ ਲਾਣੇ ਸ਼ੁਰੂ ਕਰਤੇ ਹੋਏ ਤਾਂ ਰਲ ਗਏ। ਪਹਿਲੀ ਗੱਲ ਤਾਂ ਕੁਰਸੀ ਇੱਕ ਹੈ, ਉਹਦੇ ਲਈ 2 ਬੰਦੇ ਲੜ ਰਹੇ, ਉਹ ਰਲ ਕਿੱਦਾਂ ਸਕਦੇ ਆ? ਮੈਨੂੰ ਕੋਈ ਸਮਝਾ ਦੇ ਇਹ ਗੱਲ, ਹੈ ਨਾ? ਮਤਲਬ ਮੈਂ ਉਸੇ ਗੱਲ ਲਈ ਮੈਂ ਲੜ ਰਿਹਾ, ਉਸੇ ਗੱਲ ਲਈ ਦੂਜਾ ਬੰਦਾ ਲੜ ਰਿਹਾ, ਤਾਂ ਅਸੀਂ ਰਲ ਸਕਦੇ ਕਿਵੇਂ ਆ? ਚਲੋ 1 ਮਿੰਟ ਲਈ ਮੈਂ ਇਹਨਾਂ ਦੀ ਗੱਲ ਮੰਨ ਵੀ ਲੈਣਾ 1 ਮਿੰਟ ਦੇ ਵੀ, ਚਲੋ ਇਹਨਾਂ ਦੀ ਆਰਗੂਮੈਂਟ ਦੇ ਹਿਸਾਬ ਦੇ ਨਾਲ ਮੈਂ ਪੁੱਛਣਾ ਚਾਹੁੰਦਾ, ਸਾਡੇ ਸਮੇਂ ਦੇ ਉੱਤੇ ਤਾਂ ਤੁਹਾਨੂੰ ਨੀਂਦਾਂ ਨਹੀਂ ਸੀ ਆਉਂਦੀਆਂ ਰਾਤ ਤੋਂ, ਪਰ ਤੁਸੀਂ ਪਤਾ ਨਹੀਂ ਕਿੰਨਾ ਕੁਝ ਖਾਂਦੇ ਪੀਂਦੇ ਸੀ ਤੇ ਰਾਤ ਨੂੰ ਸਾਰੀ ਰਾਤ ਲੋਕਾਂ ਨੂੰ ਫੋਨ ਕਰਦੇ ਸੀਗੇ। ਸਰਕਾਰ ਬਦਲ ਗਈ, 3 ਸਾਲ ਹੋ ਚੁੱਕੇ ਆ, ਇਹਨਾਂ ਵਿੱਚੋਂ ਕੋਈ ਬੰਦਾ ਇੱਕ ਬਹਿਬਲ ਕਲਾਂ ਗਿਆ, ਬਰਗਾੜੀ ਗਿਆ, ਜਿਹੜੇ ਸੰਬੰਧਿਤ ਬੰਦੇ ਸੀ ਉਹਨਾਂ ਕੋਲੇ ਗਿਆ, ਇਹਨਾਂ ਨੇ ਗੱਲ ਵੀ ਕੀਤੀ ਅੱਜ ਤੱਕ, ਧਰਨਾ ਛੱਡੋ, ਇਹਨਾਂ ਨੇ 2 ਬੰਦੇ ਵੀ ਇਕੱਠੇ ਕੋਈ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਹੋਈ ਸੀ ਉਹਦੇ ਉੱਤੇ ਆ ਸਾਡੇ ਕੋਲੇ ਫੈਕਟਸ ਨੇ, ਕੁਛ ਵੀ ਤਾਂ ਕੀਤਾ ਹੋਵੇ। ਜੋ ਕੁਝ ਕੀਤਾ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ, ਉਹ ਤੋਂ ਇਲਾਵਾ ਕੁਛ ਨਹੀਂ, ਕਿਉਂਕਿ ਪਹਿਰੇਦਾਰ ਨੂੰ ਬਦਨਾਮ ਕਰਨਾ ਸੀ, ਕਿਉਂਕਿ ਪਹਿਰੇਦਾਰ ਨੂੰ ਪੰਥ ਨਾਲੋਂ ਤੋੜਨਾ ਸੀਗਾ, ਵੈਸੇ ਪੰਥ ਨੂੰ ਕਹਿਣਾ ਸੀ ਪਹਿਰੇਦਾਰ ਤੁਹਾਡਾ ਠੀਕ ਨਹੀਂ, ਚੋਰੀ ਆਪ ਕਰਦੇ ਨੇ, ਡਾਕਾ ਆਪ ਮਾਰਦੇ ਨੇ, ਔਰ ਕਹਿੰਦੇ ਤੁਹਾਡਾ ਪਹਿਰੇਦਾਰ ਠੀਕ ਨਹੀਂ, ਇਹ ਕਰਦੇ ਨੇ, ਔਰ ਪਹਿਰੇਦਾਰ ਠੀਕ ਸੀ, ਪਹਿਰੇਦਾਰ ਇਹਨਾਂ ਨੂੰ ਪਰੇ ਰੱਖ ਰਿਹਾ ਸੀ, ਇਹਨਾਂ ਨੇ ਸੋਚਿਆ ਇਦਾਂ ਬਸ ਨਹੀਂ ਆ ਰਿਹਾ, ਇਹਨਾਂ ਨੇ ਸੋਚਿਆ ਘਰ ਵਾਲਿਆਂ ਨੂੰ ਇਹਦੇ ਖਿਲਾਫ ਕਰੋ, ਉਹ ਕੰਮ ਇਹਨਾਂ ਨੇ ਕੀਤਾ ਸੀ, ਲੇਕਿਨ ਉਹ ਵੀ ਠੀਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਸ਼ੂ ਆ, ਸੱਚਾਈ ਸਾਹਮਣੇ ਆਣੀ ਹੈ ਔਰ ਆ ਗਈ ਹੈ। ਮੇਰਾ ਖਿਆਲ ਇਸ ਗੱਲ ਦਾ ਜਵਾਬ ਤਾਂ ਦੇਣ ਵੀ ਗਵਾਹ ਨੂੰ ਤੁਸੀਂ ਕਿਉਂ ਮੁਕਰਾਉਣਾ ਚਾਹੁੰਦੇ ਹੋ? ਅੱਛਾ ਸੈਕੰਡਲੀ ਇਹਨਾਂ ਨੇ ਬੜਾ ਕਿਹਾ ਸੀ ਜੀ ਕਿ ਆਹ ਅਫਸਰ ਉਹ ਅਫਸਰ ਇਹ ਤਾਂ ਸੁਖਬੀਰ ਦੇ ਚਹੇਤੇ ਹੈ ਜੀ, ਇਹ ਤਾਂ ਫਲਾਨਾ ਜੀ, ਇਹ ਤਾਂ ਅੱਜ ਉਹੀ ਅਫਸਰ ਜਿਨ੍ਹਾਂ ਉੱਤੇ ਇਲਜ਼ਾਮ ਲਾਉਂਦੇ ਸੀ ਉਹ ਵੱਡੇ ਅਹੁਦਿਆਂ ਤੇ ਬੈਠੇ ਹੈ। ਮੈਂ ਪੁੱਛਣਾ ਚਾਹੁੰਦਾ, ਤੁਸੀਂ ਤੁਹਾਡੀਆਂ ਹੋਰ ਤਾਂ ਮਜਬੂਰੀਆਂ ਹੋਣਗੀਆਂ, ਇਹ ਤਾਂ ਕੋਈ ਮਜਬੂਰੀ ਨਹੀਂ ਹੈ ਕਿ ਤੁਸੀਂ ਇਹਨਾਂ ਨੂੰ ਵੱਡੇ ਅਹੁਦੇ ਦਿਓ, ਤੁਸੀਂ ਉਹਨਾਂ ਨੂੰ ਕਿਤੇ ਹੋਰ ਥਾਂ ਵੀ ਰੱਖ ਸਕਦੇ ਹੋ, ਕੋਈ ਕਾਨੂੰਨੀ ਕਾਰਵਾਈ ਤੁਸੀਂ ਜਦ ਕਰਨੀ ਉਦੋਂ ਕਰ ਲਿਓ, ਉਹਨਾਂ ਨੂੰ ਵੀ ਅੰਦਰ ਕਰਿਓ, ਲੇਕਿਨ ਉਹਨਾਂ ਚਿਰ ਤੁਸੀਂ ਉਹਨਾਂ ਨੂੰ ਇਦਾਂ ਦੇ ਅਹੁਦਿਆਂ ਤੇ ਕਿਉਂ ਲਾਇਆ ਹੋਇਆ ਜਿੱਥੇ ਕਿ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਆ? ਕਿਉਂ ਲਾਇਆ ਹੋਇਆ ਉੱਥੇ? ਮੈਂ ਹੁਣ ਨਾ ਲਵਾਂ, ਇੱਕ ਦਾ ਲਵਾਂ ਤਾਂ ਦੱਸੋ ਕਿ ਇਹਨਾਂ ਦੇ ਸਾਰੇ ਉਹੀ ਅਫਸਰ ਜਿਨ੍ਹਾਂ ਨੂੰ ਇਹ ਗਾਲਾਂ ਕੱਢਦੇ ਸੀ, ਉਹ ਅੱਜ ਇਹਨਾਂ ਦੇ ਸਿਰ ਦੇ ਤਾਜ ਬਣੇ ਹੋਏ ਨੇ, ਔਰ ਉਹਨਾਂ ਦੇ ਰਾਹੀਂ ਹੀ ਇਹ ਜਾਂਚ, ਉਹਨਾਂ ਨੂੰ ਬਲੈਕਮੇਲ ਪਤਾ ਹੀ ਕਰਦੇ ਨੇ ਕਿ ਅਸੀਂ ਤਾਂ ਤੇਰੇ ਖਿਲਾਫ ਵੀ ਕਰ ਸਕਦੇ ਹਾਂ। ਅਫਸਰਾਂ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਅਫਸਰ ਪ੍ਰੋਫੈਸ਼ਨਲ ਹੁੰਦੇ ਆ, ਉਹ ਇਦਾਂ ਹੀ ਗੱਲਾਂ 'ਚ ਆਉਣਾ ਚਾਹੁੰਦੇ ਨਹੀਂ ਹੁੰਦੇ, ਰਿਵਾਰਡ ਦਿਓ, ਚੁੱਪ ਕਰਾ ਦਿਓ, ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਇਹਨਾਂ ਨੇ, ਉਹੀ ਅਫਸਰ ਜਿਨ੍ਹਾਂ ਨੂੰ ਕਹਿੰਦੇ ਸੀ ਗਿਲਟੀ ਨੇ। ਮੈਂ ਪੁੱਛਣਾ ਚਾਹੁੰਦਾ, ਅੱਜ ਉਹ ਗਿਲਟੀ ਨਹੀਂ ਗਏ, ਅੱਜ ਉਹਨਾਂ ਦੇ ਨਾਂ ਨਹੀਂ, ਅੱਜ ਤੁਸੀਂ ਅੱਜ ਪਹਿਲਾਂ ਤੁਸੀਂ ਉਹਨਾਂ ਦੇ ਉਹੀ ਜਾਂਚ ਸੌਂਪੀ ਹੋਈ ਹੈ ਤੇ ਫਿਰ ਠੀਕ ਹੈ। ਇੱਕ ਆਖਰੀ ਸਵਾਲ, ਸਿਆਸੀ ਮਾਹਰ ਮੰਨਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਬੜੇ ਮੰਜੇ ਹੋਏ ਸਿਆਸਤਦਾਨ ਨੇ, ਬੜੇ ਸਿਆਣੇ ਸਿਆਸਤਦਾਨ ਨੇ, ਹੋ ਸਕਦਾ ਕਿ ਇਹ ਇੱਕ ਤੁਰਕ ਦਾ ਪੱਤਾ ਜਿਹਨੂੰ ਕਹਿੰਦੇ ਉਹਨਾਂ ਨੇ ਆਪਣੀ ਜੇਬ 'ਚ ਰੱਖਿਆ ਹੋਵੇ, ਜਦੋਂ ਇਲੈਕਸ਼ਨ ਨੇੜੇ ਤੇੜੇ ਆਏਗੀ ਉਹ ਪੱਤਾ ਉਦੋਂ ਖੇਡਣ, ਉਦੋਂ ਇਹ ਸਾਬਤ ਕਰ ਦੇਣ ਕਿ ਸੁਖਬੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਇਹਦੇ ਲਈ ਜ਼ਿੰਮੇਵਾਰ ਨੇ ਤੇ ਇਲੈਕਸ਼ਨ ਦਾ ਪਾਸਾ ਹੀ ਪਲਟ ਕੇ ਰੱਖ ਦੇਣ। ਹਰਪ੍ਰੀਤ ਜੀ, ਮੰਝਾਦਾਰ ਸਿਆਸਤਦਾਨ ਜਿਹੜਾ ਹੁੰਦਾ ਨਾ,
ਉਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਅੱਗੇ ਕੀ ਕਰੂਗਾ। ਆਹ ਗੱਲ ਤਾਂ ਬੱਚੇ ਨੂੰ ਪੰਜਾਬ ਨੂੰ ਪਤਾ ਆ ਕਿ ਇਹਨਾਂ ਨੇ ਆਖਰੀ ਸਾਲ ਜਾ ਕੇ ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਅੰਦਰ ਕਰਨ ਦਾ ਡਰਾਮਾ ਕਰਨਾ ਹੈ, ਔਰ ਡਰਾਮਾ ਕਰਕੇ ਇਹਨਾਂ ਨੇ ਕਹਿਣਾ ਲਓ ਜੀ ਅਸੀਂ ਫੜ ਲਿਆ, ਅਸੀਂ ਜਾਂਚ ਪੂਰੀ ਕੀਤੀ, ਹੁਣ ਫੜ ਲਿਆ। ਇਹ ਜਨਾਬ ਇਹ ਤਾਂ ਕਹਿੰਦੇ ਮਤਲਬ ਤੁਸੀਂ ਮੰਨ ਕੇ ਚੱਲ ਰਹੇ ਹੋ ਹੋਣਾ ਇਹਨਾਂ ਨੂੰ ਹੋਰ ਕੁਝ ਕਹਿ ਦੇਖੋ। ਡਿਵੈਲਪਮੈਂਟ ਇਹ ਨਹੀਂ ਕਰਾ ਰਹੇ, ਇੱਕ ਡਿਵੈਲਪਮੈਂਟ ਦਾ ਸੁਖਬੀਰ ਬਾਦਲ ਨੇ ਇਹਨਾਂ ਨੂੰ ਸਵਾਲ ਕੀਤਾ ਵੀ ਇੱਕ ਡਿਵੈਲਪਮੈਂਟ ਦਾ ਪ੍ਰੋਜੈਕਟ ਜਾਂ ਇੱਕ ਵੈਲਫੇਅਰ ਸਕੀਮ। ਚਲੋ ਮੈਂ ਕਹਿੰਦਾ ਦਫ਼ਤਰ ਵੀ ਨਹੀਂ ਜਾਂਦੇ, ਕੋਈ ਨਹੀਂ ਮੌਜਾਂ ਕਰਨ, ਆ ਵੀ ਨਹੀਂ ਕਰਦੇ ਮੌਜਾਂ ਕਰਨ, ਲੇਕਿਨ ਕੰਮ ਤਾਂ ਕਰ ਦਿਓ। ਇੱਕ ਡਿਵੈਲਪਮੈਂਟ ਸਕੀਮ, ਇੱਕ ਵੈਲਫੇਅਰ ਸਕੀਮ, ਇੱਕ ਡਿਵੈਲਪਮੈਂਟ ਪ੍ਰੋਜੈਕਟ ਨਾ ਲੈ ਦੇਣ ਕਿ ਸਾਡੇ ਟਾਈਮ ਤੇ ਅਸੀਂ ਆਹ ਸ਼ੁਰੂ ਕੀਤਾ, ਨਹੀਂ ਤਾਂ 100 ਦਾ ਨਾਮ ਹੈ ਇੱਥੇ ਲੈਣਾ ਹੋਣੀ। ਮਤਲਬ ਮੈਂ ਜ਼ਬਾਨੀ ਲੈ ਦੇਣਾ, ਦੇਖੋ ਮੈਂ ਕੋਈ ਮੁੱਖ ਮੰਤਰੀ ਨਹੀਂ, ਡਿਪਟੀ ਮੁੱਖ ਮੰਤਰੀ ਨਹੀਂ, ਲੇਕਿਨ ਮੈਂ ਤੁਹਾਨੂੰ ਹੁਣੇ ਦੱਸ ਸਕਦਾ ਕਿ ਅਸੀਂ ਜੋ ਬੜੀਆਂ ਇਹਨਾਂ ਨੇ ਗੱਲਾਂ ਕੀਤੀਆਂ, ਸੁਖਬੀਰ ਬਾਦਲ ਗੱਪੀ ਇਹ ਉਹ ਗੱਪੀ ਕਹਿ ਕੇ ਫਿਰ ਹੁੰਦਾ ਨਾ, ਕਿਉਂਕਿ ਜੇ ਗੱਲ ਅਗਲਾ ਕਰ ਰਿਹਾ ਤਾਂ ਤੁਸੀਂ ਹੁਣ ਦੱਸੋ ਕਿਵੇਂ ਵੀ ਠੀਕ ਹੈ। ਉਹਨੇ ਕਿਹਾ ਕਿ ਮੈਂ 에ਅਰਪੋਰਟ ਬਣਾਉਂਗਾ, ਇਹ ਕਹਿੰਦੇ ਗੱਪੀ ਆ, ਇੰਟਰਨੈਸ਼ਨਲ 에ਅਰਪੋਰਟ ਨਹੀਂ ਬਣ ਸਕਦੀ, ਬਣੀ। ਉਹਨੇ ਕਿਹਾ ਮੈਂ ਪੰਜਾਬ ਨੂੰ ਪਾਵਰ ਸਰਪਲਸ ਕਰ ਦੂੰਗਾ, ਗੱਪੀ ਆ, ਇਹ ਕਿੱਦਾਂ ਹੋ ਜਾਊਗਾ? ਪਾਵਰ ਸਰਪਲਸ ਪੰਜਾਬ ਹੋਇਆ। ਉਹਨੇ ਕਿਹਾ ਮੈਂ ਬਠਿੰਡਾ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਵਰਲਡ ਲੈਵਲ ਦੀਆਂ ਸੜਕਾਂ ਬਣਾਉਂਗਾ, ਗੱਪੀ ਆ, ਕਿੱਦਾਂ ਬਣ ਜਾਣਗੀਆਂ? ਇਹ ਤਾਂ ਬੰਬਾਂ ਮਾਰਨ ਵਾਲੀਆਂ ਗੱਲਾਂ ਕਰਦਾ। ਉਹਨੇ ਪੰਜਾਬੀ ਲਹਿਜੇ 'ਚ ਗੱਲ ਕੀਤੀ ਸੀ ਵੀ ਬਹੁਤ ਪੱਕੀਆਂ ਸੜਕਾਂ ਬਣਾਉਂਗਾ, ਬਣਾ ਕੇ ਦਿਖਾਈਆਂ। ਜਿੱਥੇ ਅਸੀਂ 5 ਘੰਟੇ 'ਚ ਪਹੁੰਚਦੇ ਸੀ 2.5 ਘੰਟੇ 'ਚ ਪਹੁੰਚੀਦਾ, ਜਾ ਕੇ ਚਾਹ ਕੇ ਦੇਖੋ। ਬਿਲਕੁਲ ਠੀਕ ਹੈ। ਕੱਲੀ ਗੱਲ ਜਿਹੜੀ ਉਹਨੇ ਕਹੀ ਸੀ, ਜਿਹਦਾ ਇਹ ਮਜ਼ਾਕ ਉਡਾਉਂਦੇ ਸੀ, ਉਹੀ ਗੱਲਾਂ ਹੁਣ ਜਦੋਂ ਆਪਣੀਆਂ ਪੇਸ਼ ਕਰ ਰਹੇ ਕਿ ਅਸੀਂ ਆਹ ਕੀਤਾ, ਅਸੀਂ ਆਹ ਕੀਤਾ, ਦੱਸ ਕੀ ਰਹੇ ਨੇ ਕਿ ਅਸੀਂ ਇੰਟਰਨੈਸ਼ਨਲ 에ਅਰਪੋਰਟ ਬਣਾਈ, ਜਿਹਦਾ ਮਜ਼ਾਕ ਉਡਾਉਂਦੇ ਸੀ। ਉਹ ਕਹਿੰਦੇ ਨੇ ਅਸੀਂ ਬਠਿੰਡਾ ਚੰਡੀਗੜ੍ਹ ਸੜਕ ਫਲਾਨੀ ਜਿਹੜੀਆਂ ਜਿਹਦਾ ਮਜ਼ਾਕ ਉਡਾਉਂਦੇ ਸੀ, ਬਣ ਨਹੀਂ ਸਕਦੀਆਂ, ਜਿਹੜੀਆਂ ਸੁਖਬੀਰ ਬਾਦਲ ਨੇ ਬਣਾਈਆਂ। ਜੋ ਕੁਝ ਸੁਖਬੀਰ ਬਾਦਲ ਨੇ ਕੀਤਾ, ਜਿਹਨੂੰ ਕਹਿੰਦੇ ਸੀ ਗੱਪੀ, ਉਹ ਗੱਪੀ ਦੀਆਂ ਸਾਰੀਆਂ ਗੱਪਾਂ ਤਾਂ ਅੱਜ ਜ਼ਮੀਨ ਦੇ ਉੱਤੇ ਲੋਕਾਂ ਨੂੰ ਨਜ਼ਰ ਆ ਰਹੀਆਂ ਸੱਚੀਆਂ। ਔਰ ਇਹ ਇੰਨੀਆਂ ਸੱਚੀਆਂ ਨਜ਼ਰ ਆ ਰਹੀਆਂ ਕਿ ਹੁਣ ਸ਼ੁਰੂ ਕਰਦੇ ਨੇ ਸ਼੍ਰੀ ਹਰਿਮੰਦਰ ਸਾਹਿਬ ਦਾ, ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਗੇਟ ਅਸੀਂ ਬਣਾਇਆ ਸੀ, ਸੁਖਬੀਰ ਸਿੰਘ ਬਾਦਲ ਹੋਣਾ ਨੇ ਬਣਾਇਆ ਸੀ, ਜਾਂ ਜਿਹੜਾ ਉਹ ਹੈਰੀਟੇਜ ਸਟਰੀਟ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਜਿਹੜਾ ਸੋਹਣਾ ਕੀਤਾ ਗਿਆ, ਉਹਨੂੰ ਦਿਖਾ ਰਹੇ ਨੇ। ਕਹਿੰਦੇ ਸਾਡੀ ਉਸ ਵੇਲੇ ਤਾਂ ਤੁਸੀਂ ਕਹਿੰਦੇ ਸੀ ਇਹ ਚਿੱਟਾ ਹਾਥੀ ਹੈ, ਉਸ ਵੇਲੇ ਆਪਣੇ ਜਿਹੜਾ ਵਿਰਾਸਤ ਖਾਲਸਾ ਵੀ ਚਿੱਟਾ ਹਾਥੀ ਦੱਸਦੇ ਸੀ, ਅੱਜ ਉਹਨੂੰ ਵੀ ਇਹ ਪ੍ਰਾਪਤੀ ਆਪਣੀ ਦੱਸੀ ਜਾਂਦੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਝੂਠ ਅੱਜ ਨਹੀਂ ਤਾਂ ਕੱਲ੍ਹ। ਤੁਸੀਂ ਔਰ ਜਿਹੜੀ ਮੈਂ ਤੁਹਾਡੀ ਉਸ ਗੱਲ ਤੇ ਆਵਾਂ ਕਿ ਬੜੇ ਮੰਝੇ ਹੋਏ ਸਿਆਸਤਦਾਨ ਆ, ਤੁਸੀਂ ਮੈਨੂੰ ਇਹ ਦੱਸੋ ਕਿ ਪੰਜਾਬ ਦੇ ਕਿਹੜੇ ਬੰਦੇ ਨੂੰ ਨਹੀਂ ਪਤਾ ਕਿ ਇਹਨਾਂ ਨੇ ਕੰਮ ਕੋਈ ਨਹੀਂ ਕੀਤਾ। ਇਹਨਾਂ ਨੇ ਇੱਕੋ ਇੱਕ ਗੱਲ ਹੈ ਕਿ ਇਹਨਾਂ ਨੇ ਇਹ ਕਰਨਾ ਹੈਗਾ ਕਿ ਇਹਨਾਂ ਨੇ ਜੀ ਅਕਾਲੀ ਦਲ ਦੇ ਲੀਡਰਾਂ ਨੂੰ ਚੱਕ ਕੇ ਅੰਦਰ ਕਰ ਦਿਓ, ਫਿਰ ਚੱਕਦੇ ਫੱਟੇ। ਜਿਹੜੀ ਗੱਲ ਦਾ 5 ਸਾਲ ਪਹਿਲਾਂ ਹੀ ਪਤਾ ਆ, ਉਹਦਾ ਕੀ ਅਸਰ ਹੋਣਾ। ਚਲੋ ਬਹੁਤ ਬਹੁਤ ਧੰਨਵਾਦ ਬੈਂਸ ਸਾਹਿਬ ਇਹ ਸਾਰੀ ਗੱਲਬਾਤ ਕਰਨ ਦੇ ਲਈ। ਸੋ ਜਿਸ ਤਰ੍ਹਾਂ ਇਸ ਪੂਰੇ ਮਸਲੇ ਦੇ ਉੱਤੇ ਸਾਰੇ ਹੀ ਚਿੰਤਕਾਂ ਦੀ ਵੱਖੋ ਵੱਖ ਰਾਏ ਹੈਗੀ ਹੈ ਕਿ ਇੱਕ ਅਜਿਹਾ ਮਸਲਾ ਹੈ ਨਾ ਪਿਛਲੀ ਸਰਕਾਰ ਵੱਲੋਂ ਹੱਲ ਹੋ ਪਾਇਆ, ਨਾ ਇਹ ਸਰਕਾਰ ਹੱਲ ਕਰ ਪਾਈ। ਹਾਲਾਂਕਿ ਇਲਜ਼ਾਮ ਤਰਾਸ਼ੀਆਂ ਜ਼ਰੂਰ ਹੁੰਦੀਆਂ ਰਹੀਆਂ ਇੱਕ ਖਾਸ ਧਿਰ ਦੇ ਖਿਲਾਫ। ਹੁਣ ਉਹੀ ਧਿਰ ਸ਼ੇਰ ਬਣ ਕੇ ਕਹਿ ਰਹੀ ਹੈ ਕਿ ਤੁਸੀਂ ਤਾਂ ਸਾਨੂੰ ਇਲਜ਼ਾਮ ਲਾਉਂਦੇ ਰਹੇ, ਹੁਣ ਤੁਹਾਡੇ ਖਿਲਾਫ ਪੁਖਤਾ ਸਬੂਤ ਨੇ, ਜਿਹੜੇ ਗਵਾਹ ਸੀ, ਗਵਾਹ ਦੇ ਪਰਿਵਾਰ ਤੁਹਾਡੇ ਤੇ ਐਲੀਗੇਸ਼ਨ ਲਗਾ ਰਹੇ ਨੇ, ਹੁਣ ਤੁਸੀਂ ਇਹਦਾ ਜਵਾਬ ਕਿਉਂ ਨਹੀਂ ਦਿੰਦੇ? ਜੀ ਲਾਸਟ ਮੈਂ ਗੱਲ ਕਰਨੀ ਚਾਹੂੰਗਾ ਕਿ ਇਹਨਾਂ ਨੂੰ ਕਟਹਿਰੇ 'ਚ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੜਾ ਕਰ ਰਹੇ ਨੇ, ਨਾ ਸਰਦਾਰ ਸੁਖਬੀਰ ਸਿੰਘ ਬਾਦਲ ਖੜਾ ਕਰ ਰਹੇ ਨੇ। ਅੱਜ ਇਹਨਾਂ ਨੂੰ ਉਹ ਮਾਸੂਮ ਆਤਮਾ ਕਟਹਿਰੇ 'ਚ ਖੜਾ ਕਰ ਰਹੀ ਹੈ ਜਿਹਦੇ ਪਤੀ ਦੀ ਜਾਨ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸੱਚਾਈ ਲੁਕਾਉਣੇ ਵਾਸਤੇ ਲਈ। ਉਹ ਜਿਹੜਾ ਪਾਪ ਹੈ, ਉਹ ਬੱਜਰ ਪਾਪ ਜਿਹੜਾ ਆ, ਉਹ ਹੁਣ ਇਹਨਾਂ ਨੂੰ ਉਹਦਾ ਦੇਣਾ ਪਏਗਾ। ਔਰ ਉਹ ਇਹਨਾਂ ਨੂੰ ਸਤਾਰਿਆ, ਉਹਦੇ ਕਰਕੇ ਹੁਣ ਉਹਨੂੰ ਲੁਕਾਉਣ ਲਈ ਕਰਨਗੇ ਸਾਰਾ ਕੁਝ। ਤਿਆਰ ਆ ਖਾਲਸਾ, ਕੋਈ ਪ੍ਰੋਬਲਮ ਨਹੀਂ ਹੈ, ਇਹਨੂੰ ਕੋ ਕਰਨ। ਬਿਲਕੁਲ, ਕਿਉਂਕਿ ਜਦੋਂ ਕਿਸੇ ਤੇ ਐਲੀਗੇਸ਼ਨ ਲੱਗਦੇ ਨੇ, ਸਰਕਾਰ ਦਾ ਸਭ ਤੋਂ ਵੱਡਾ ਇਹ ਫਰਜ਼ ਬਣਦਾ ਹੈ ਕਿ ਐਲੀਗੇਸ਼ਨ ਸੱਚੇ ਨੇ ਜਾਂ ਝੂਠੇ ਨੇ ਉਹ ਬਾਅਦ ਦੀ ਗੱਲ ਹੈ, ਪਰ ਜਿਹਦੇ ਖਿਲਾਫ ਐਲੀਗੇਸ਼ਨ ਲੱਗ ਰਹੇ ਨੇ ਉਹਦੇ ਖਿਲਾਫ ਇੱਕ ਜਾਂਚ ਤਾਂ ਕਰਾ ਲਈ ਜਾਵੇ। ਪਰ ਇਹਦੇ ਤੇ ਹਲੇ ਸਰਕਾਰ ਦੀ ਚੁੱਪੀ ਹੈ ਔਰ ਜਿਹੜਾ ਪੀੜਤ ਪਰਿਵਾਰ ਹੈ ਉਹ ਦਰ ਦੀਆਂ ਠੋਕਰਾਂ ਖਾ ਰਿਹਾ। ਦੇਸ਼ ਦੁਨੀਆ ਤੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।